अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, कसूर के इलाका राजा जंग में छोटे भाई ने बड़े भाई को महज एक कमरे के तनाजा पर मौत के घाट उतार दिया। पुलिस ने इस शातिर मुलजिम को कैसे गिरफ्तार किया और ये पुलिस को किस तरह से घुमाता रहा, ये बताएंगे आज के प्रोग्राम तफ्तीशी में। नाजरीन, हम मौजूद हैं कसूर के थाना राजा जंग में, जहां पर एक अंधे कत्ल की वारदात हुई और पुलिस ने फिर उस अंधे कत्ल का मुलजिम गिरफ्तार कर लिया। उसका ड्रॉप सीन ये हुआ कि उस कत्ल में और कोई मुलव्विस नहीं था, बल्कि मकतूल का ही छोटा भाई उस कत्ल का मरकजी मुलजिम निकला। उसका साथी भी गिरफ्तार है। उसी की जुबानी जानते हैं उसने अपने बड़े भाई को क्यों कत्ल किया, वजूहात हैं क्या। हाँ भी, की ना है? मुहम्मद इमरान। की करना है इमरान? जुतियां का काम करना। कितने करना है? मैं कसूर रोड कोट च रहने वाला किधर ने? कसूर पुराना लाड़ी अड्डा कोट शामी शाही गली नंबर 1 च। अच्छा, ਤੇ ਇਕੱਠੇ ਰਹਿੰਦੇ ਹੋ ਭੈਣ ਭਰਾ? ਹਾਂਜੀ, ਜਿਹਨੂੰ ਮੈਂ ਕਤਲ ਕੀਤਾ ਉਹ ਪਿੰਡ ਰਹਿੰਦਾ ਸੀ, ਮੈਂ ਕਸੂਰ ਰਹਿੰਦਾ ਸਾਂ। ਤੂੰ ਕਸੂਰ ਰਹਿੰਦਾ ਸੀ, ਠੀਕ ਹੈ। ਕਿੰਨੇ ਭੈਣ ਭਰਾ ਹੋ? ਇਹ 7 ਭਾਈ 4 ਭੈਣਾਂ। ਠੀਕ ਹੈ। ਇਹ ਕਿੰਨਵੇਂ ਨੰਬਰ ਤੇ ਸੀ? ਇਹ ਮੇਰੇ ਤੋਂ ਇੱਕ ਵੱਡਾ ਹੁੰਦਾ ਤੋਂ ਵੱਡਾ ਆ ਸੀ। ਇਹ ਉਹਦੇ ਤੋਂ ਵੱਡਾ ਸੀ। ਤੂੰ ਸਭ ਤੋਂ ਛੋਟਾ ਹੈ? ਮੇਰਾ ਤੋਂ ਛੋਟਾ ਹੈ ਇੱਕ ਭਾਈ। ਛੋਟਾ ਹੈ। ਕੀ ਕੰਮ ਕਿਹੜਾ ਕਰਨਾ ਹੈ? ਜੁੱਤੀਆਂ ਦਾ? ਹਾਂਜੀ, ਜੁੱਤੀਆਂ ਬਣਾਉਣਾ। ਜੁੱਤੀਆਂ ਬਣਾਉਣਾ ਹੈ। ਕੀ ਮਸਲਾ ਹੋਇਆ? ਆਪਣੇ ਭਰਾ ਦਾ ਤੂੰ ਜਾਨੀ ਦੁਸ਼ਮਣ ਬਣ ਗਿਆ, ਉਹਨੂੰ ਕਤਲ ਵੀ ਕਰਤਾ। ਇਹਨੇ ਮੇਰੀ ਮਾਂ ਨੂੰ ਮਾਰਿਆ ਸੀ 17 ਸਾਲ ਪਹਿਲਾਂ। ਉਹਦੇ ਢਿੱਡ 'ਚ ਬੜੇ ਠੁੱਡੇ ਮਾਰੇ ਸੀ ਇਹਨੇ। ਅੱਛਾ। ਤੇ ਮੇਰੀ ਮਾਂ ਗਈ ਸੀ 2 ਦਿਨ ਬਾਅਦ ਨਾ ਮੁਲਤਾਨ। ਇਹਨੇ ਫੋਨ ਕਰਕੇ ਉਹਨੂੰ ਕਿਹਾ ਮੈਨੂੰ ਰੋਟੀ ਕਿੰਨੇ ਪਕਾ ਕੇ ਦੇਣੀ ਹੈ, ਮੈਂ ਤੈਨੂੰ ਤੇਲ ਪਾ ਕੇ ਸਾੜਨਾ ਹੀ। ਉਹ ਉਦੋਂ ਉਸੇ ਟਾਈਮ ਉਹਦੀ ਡੈਥ ਹੋ ਗਈ ਸੀ। ਉਹ ਮੈਂ ਦਿਲ 'ਚ ਗੱਲ ਰੱਖੀ ਸੀ, ਉਹਦੀ ਵਜ੍ਹਾ ਤੋਂ ਮੈਂ ਉਹਨੂੰ ਮਾਰ ਦਿੱਤਾ ਸੀ। ਅੱਛਾ, 17 ਸਾਲ ਬਾਅਦ ਉਹਨੂੰ ਕਿਉਂ ਕਤਲ ਕੀਤਾ ਹੀ? ਮੈਂ ਇਹਨਾਂ ਨੂੰ ਕਹਿੰਦਾ ਸਰ, ਮੈਂ ਆਪਣੇ ਘਰ ਵਿੱਚ ਨਾ ਜਿਹੜੇ ਮੇਰੀ ਮਾਂ-ਬਾਪ ਦੀ ਜਗ੍ਹਾ ਉੱਥੇ ਕਮਰਾ ਬਣਾ ਲਵਾਂ। ਇਹ ਮੈਨੂੰ ਬਣਾ ਨਹੀਂ ਸੀ ਦਿੰਦੇ, ਕਹਿੰਦੇ ਤੈਨੂੰ ਇੱਕ ਡਗੇ ਕਿਟ ਨਹੀਂ ਲਾਣ ਦੇਣੀ ਅਸੀਂ। ਤੂੰ ਤੇ ਫਿਰ ਅਸਲ ਮਸਲਾ ਤੇ ਇਹ ਹੋਇਆ ਨਾ ਕਿ ਤੈਨੂੰ ਕਮਰਾ ਚਾਹੀਦਾ ਸੀ ਉੱਥੇ। ਹਾਂਜੀ, ਮੈਂ ਨਾ ਚਾਚੀ ਆਪਦੀ ਘਰ ਕਮਰੇ 'ਚ ਸੌਣਾ ਸਾਂ। ਇਹਨੂੰ ਮੈਂ ਦੁਕਾਨ ਤੇ ਜਾ ਕੇ ਜਿਸ ਦਿਨ ਇਹਨੂੰ ਮੈਂ ਮਾਰਿਆ, ਇਹਨੂੰ ਮੈਂ ਕਿਹਾ, ਇਹਦੀ ਮਿਹਨਤ ਕੀਤੀ ਏ। ਇਹਨੇ ਕਿਹਾ ਨਹੀਂ, ਤੈਨੂੰ ਅਸੀਂ ਉਹ ਜਗ੍ਹਾ ਤੇ ਨਹੀਂ ਰਹਿਣ ਦੇਣਾ। ਤੇ ਮੈਂ ਉਹਨੂੰ ਕਹਿੰਦਾ ਸਾਂ ਇੱਕ ਮੈਨੂੰ ਉੱਥੇ ਕਮਰਾ ਬਣਾ ਲਾਂ ਦੋ, ਮੈਂ ਚਾਹੁੰਦਾ ਕਿ ਮੈਂ ਉੱਥੇ ਰਵਾਂ, ਮੈਂ ਉਹਦੀ ਸ਼ਾਦੀ ਕਰਾਂ। ਮੇਰੀ ਵੀ ਖੁਆਈ ਸੀ। ਇਹਨਾਂ ਜ਼ੇਨ ਸੀ ਤੂੰ ਨਸ਼ਾ ਕਰਨਾ। ਮੈਂ ਨਸ਼ਾ ਸਾਰਾ ਕੁਝ ਛੱਡ ਦਿੱਤਾ ਸੀ। ਕੀ ਕਰਨਾ ਨਸ਼ਾ? ਮੈਂ ਚਰਸ ਪੀਂਦਾ ਸਾਂ। ਮੈਂ ਤੋਬਾ ਕਰਕੇ ਮੈਂ ਸਹੀ ਹੋ ਗਏ ਤੇ ਮੈਂ ਉਦੋਂ ਉਹਨੂੰ ਕਿਹਾ ਯਾਰ ਮੈਂ ਆਪਣੀ ਸ਼ਾਦੀ, ਮੈਂ ਆਪਣਾ ਘਰ ਵਸਾਉਣਾ ਚਾਹੁੰਦਾ। ਇਹ ਕਹਿੰਦੇ ਨਹੀਂ, ਅਸੀਂ ਨਹੀਂ ਤੈਨੂੰ ਉੱਥੇ ਰਹਿਣ ਦੇਣਾ। ਸਹੀ ਹੈ। ਕਿੰਨੀ ਉਮਰ ਹੈ ਤੇਰੀ? ਮੇਰੀ 37 ਸਾਲ ਉਮਰ ਹੋ ਗਈ ਸੀ। 37 ਸਾਲ ਉਮਰ ਹੈ, ਸਹੀ ਹੈ। ਤੇ ਸ਼ਾਦੀ ਕਿਉਂ ਨਹੀਂ ਕੀਤੀ? ਸ਼ਾਦੀ ਇਹਨਾਂ ਨੇ ਨਹੀਂ ਮੇਰੀ ਹੋਣ ਦਿੱਤੀ। ਕਿਹਨਾਂ ਨੇ? ਅਕਰਮ ਨੇ, ਜਿਹਨੂੰ ਮੈਂ ਕਤਲ ਕੀਤਾ ਹੈ। ਹਾਂਜੀ, ਸਿਰਫ ਉਹਨੇ? ਹਾਂਜੀ। ਉਹਨੇ ਕਿੰਜ ਰੋਕ ਲਿਆ? ਤੂੰ ਤੇ ਉਹਦੇ ਨਾਲ ਵੀ ਨਹੀਂ ਰਹਿੰਦਾ, ਤੇਰੀ ਸ਼ਾਦੀ ਕਿੰਜ ਰੋਕ ਲਈ? ਮੇਰਾ ਘਰ ਵਿੱਚ ਇਹਨਾਂ ਨੇ ਨਾ ਕਮਰਾ ਨਹੀਂ ਮੈਨੂੰ ਬਣਾਉਣ ਦਿੱਤਾ। ਕਿੱਥੇ ਰਹਿਣਾ ਹੈ ਤੂੰ? ਮੈਂ ਚਾਚੀ ਘਰ ਰਹਿਣਾ ਸਾਂ, ਚਾਚੀ ਦੇ ਕਮਰੇ 'ਚ ਸੌਣਾ ਸਾਂ। ਚਾਚੀ ਦੇ ਕਮਰੇ 'ਚ? ਹਾਂਜੀ। ਤੇ ਆਪਣੇ ਘਰ ਕਿਉਂ ਨਹੀਂ ਰਹਿੰਦਾ ਸੀ? ਇਹ ਮੈਨੂੰ ਰਹਿਣ ਨਹੀਂ ਸੀ ਦਿੰਦੇ। ਕੱਢਤਾ ਸੀ ਨਸ਼ਿਆਂ ਦੀ ਵਜ੍ਹਾ ਤੋਂ ਤੈਨੂੰ? ਨਹੀਂ, ਨਸ਼ਾ ਨਹੀਂ, ਉਦੋਂ ਮੈਂ ਕੋਈ ਵੀ ਨਹੀਂ ਨਸ਼ਾ ਕਰਨਾ ਸਾਂ। ਹਾਂ, ਕਦੋਂ ਦਾ ਕੱਢਿਆ? ਹਾਂਜੀ, ਕਦੋਂ ਦਾ ਮੈਂ ਕੱਢਿਆ? 17 ਸਾਲ ਤੋਂ ਬਾਹਰ ਹੀ ਕਦੀ ਕਿਸੇ ਕਾਰਖਾਨੇ ਜਿੱਥੇ ਮੈਂ ਕੰਮ ਕਰਨਾ ਜ਼ਿਆਦਾ ਉੱਥੇ ਰਹਿਣਾ ਸਾਂ। ਕਿਸੇ ਭੈਣ ਭਰਾ ਨੂੰ ਨਹੀਂ ਮਿਲਦਾ ਸੀ? 7 ਭੈਣ ਭਰਾ ਹੋ ਤੁਸੀਂ? ਹਾਂਜੀ, ਮਿਲਣਾ ਸਾਂ ਮੈਂ। ਕਿਹੜੇ? ਸਾਰਿਆਂ ਨੂੰ ਮੈਂ ਮਿਲਣਾ, ਸਾਰਿਆਂ ਦੀ ਇੱਜ਼ਤ ਕਰਨਾ। ਮੇਰੇ ਨਾਲ ਕੋਈ ਨਹੀਂ ਖਫਾ ਹੈ। ਅਕਰਮ ਦੀ ਵੀ ਇੱਜ਼ਤ ਕਰਦਾ ਸੀ? ਹਾਂਜੀ। ਅੱਛਾ, ਫਿਰ ਅਚਾਨਕ ਕੀ ਹੋ ਗਿਆ? ਹਾਂਜੀ, ਅਚਾਨਕ ਕੀ ਹੋਇਆ? ਅਚਾਨਕ ਇਹੀ ਗੱਲ ਹੋਈ। ਇਹਨੂੰ ਮੈਂ ਕਹਿੰਦਾ ਸੀ ਕਿ ਮੈਂ ਨਾ ਤੈਨੂੰ ਕਮਰਾ ਨਹੀਂ, ਮੈਂ ਨਹੀਂ ਚਾਹੁੰਦਾ ਕਿ ਤੇਰਾ ਇੱਥੇ ਘਰ ਹੋਵੇ, ਤੂੰ ਬਾਹਰ ਲੈ ਲਾ। ਮੈਂ ਕਹਿੰਦਾ ਕਿ ਮੈਂ ਕਿਵੇਂ ਬਾਹਰ ਲਵਾਂਗਾ, ਮੈਂ ਮਜ਼ਦੂਰੀ ਕਰਨਾ, ਮੈਂ ਕਿਵੇਂ ਲੈ ਸਕਣਾ, ਤੁਸੀਂ ਮੈਨੂੰ ਦੱਸੋ। ਤੇ ਹਿੱਸਾ ਨਹੀਂ ਮੰਗਿਆ ਤੂੰ ਉਹਦੇ ਕੋਲੋਂ ਕਿ ਮੈਨੂੰ ਪੈਸੇ ਦੇ ਦੇ, ਮੈਂ ਕਿਤੇ ਹੋਰ ਲੈ ਲੈਣਾ? ਨਹੀਂ, ਇਹ ਗੱਲ ਨਹੀਂ ਮੈਂ ਉਹਦੇ ਨਾਲ ਕੀਤੀ ਸੀ। ਉਹ ਤੇਰੇ ਅੰਮੀ ਅੱਬੂ ਦਾ ਘਰ ਸੀ ਕਿ ਅਕਰਮ ਦਾ ਘਰ ਹੈਗਾ ਸੀ? ਮੇਰੇ ਅੰਮੀ ਅੱਬੂ ਦਾ ਘਰ ਸੀ ਉਹ। ਅੱਛਾ, ਉਹਨਾਂ ਨੇ ਖਰੀਦਿਆ ਸੀ? ਹਾਂਜੀ। ਠੀਕ ਹੈ। ਤੇ ਕਿੰਨੀ ਦੇਰ ਪਹਿਲੇ ਕੋਈ ਪੰਚਾਇਤ ਲੱਗੀ, ਉਹਦੇ ਤੋਂ ਪਹਿਲੇ ਕੋਈ ਲੋਕਾਂ ਨੂੰ ਪਾਇਆ ਕਿ ਮੇਰਾ ਕਮਰਾ ਨਹੀਂ ਦੇ ਰਿਹਾ, ਮੇਰਾ ਹੱਕ ਬੰਦ ਹੈ? ਜਿੰਨਾ ਮੈਂ ਕੰਮ ਕਰਨਾ ਸੀ ਉਹਨਾਂ ਨੂੰ ਵਿੱਚ ਪਾਇਆ ਸੀ ਮੈਂ। ਅੱਛਾ। ਉਹਨਾਂ ਨੇ ਕਿਹਾ ਸੀ ਸ਼ਾਦੀ ਦਾ ਵੀ ਖਰਚਾ ਅਸੀਂ ਕਰਾਂਗੇ ਤੇ ਤੂੰ ਉਹਨੂੰ ਨਾ ਉੱਥੇ ਮਕਾਨ ਦੇ ਦੇ, ਕਮਰਾ। ਉਹਨੂੰ ਕਹਿੰਦੇ ਸੀ ਕਿ ਤੂੰ ਉੱਥੇ ਆਪਦੇ ਕੋਲ ਉਹਨੂੰ ਦੇ ਦੇ। ਉਹ ਕਹਿੰਦਾ ਸੀ? ਹਾਂਜੀ। ਠੀਕ ਹੈ। ਤੇ ਫਿਰ ਮਸਲਾ ਤੇ ਸਾਰਾ ਇਹ ਕਮਰੇ ਦਾ ਹੈ, ਜਾਇਦਾਦ ਦਾ ਹੈ। ਤੇ ਤੂੰ ਉਹ 17 ਸਾਲ ਪੁਰਾਣੀ ਗੱਲ ਉਹ ਮਾਂ ਲਈ ਤਸ਼ੱਦਦ ਲਈ ਕਿੱਥੋਂ ਕੱਢ ਲਈ? ਹਾਂਜੀ, ਉਹ ਮੇਰੀ ਮਾਂ ਮੈਨੂੰ ਕਹਿ ਕੇ ਗਈ ਸੀ ਇਹਨਾਂ ਨੇ ਮੈਨੂੰ ਅੱਜ ਮਾਰਿਆ ਤੇ ਇਹਨਾਂ ਨੇ ਮੇਰੇ ਪੇਟ 'ਚ ਬੜੇ ਠੁੱਡੇ ਮਾਰੇ ਨੇ। ਸ਼ਾਦੀशुदा ਸੀ ਉਹ? ਹਾਂਜੀ। ਮਿਲਦਾ ਰਹਿੰਦਾ ਸੀ ਤੂੰ ਉਹਨੂੰ? ਹਾਂਜੀ, ਮੈਂ ਮਿਲਣਾ ਸਾਰਿਆਂ ਨੂੰ, ਮੈਂ ਮਿਲਦਾ ਸਾਂ। ਮੇਰੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਇਸ ਤੋਂ ਇਲਾਵਾ। ਤੇ ਫਿਰ ਰੰਜਿਸ਼ ਨਹੀਂ ਸੀ, ਫਿਰ ਮਾਂ ਦਾ ਕਾਤਲ ਵੀ ਸੀ, ਕੀ ਮਤਲਬ ਸਮਝ ਨਹੀਂ ਆ ਰਹੀ ਤੇਰੀ ਪੂਰੀ ਗੱਲ। ਹਾਂਜੀ, ਇਹੀ ਗੱਲ ਹੈ। ਮੈਂ ਆਪਣੀ ਮਾਂ ਦਾ ਬਦਲਾ ਲਿਆ, ਇਹਦੇ ਕੋਲ ਉਹਨੂੰ ਮੈਂ ਮਾਰ ਦਿੱਤਾ। ਹੋਰ ਮੇਰੇ ਇਹਦੇ ਵਾਸਤੇ ਮੇਰੇ ਪਹਿਲੇ ਵੀ ਕੋਸ਼ਿਸ਼ ਕੀਤੀ ਉਹ ਕਦੀ ਇਹਨੂੰ ਮਾਰਨ ਦੀ? ਪਹਿਲੇ ਨਹੀਂ, ਕਦੀ ਕੋਈ ਨਹੀਂ ਕੋਸ਼ਿਸ਼ ਕੀਤੀ। ਮੇਰੀ ਮਾਂ ਨੇ ਬੜੀਆਂ ਬਦਦੁਆਵਾਂ ਨੂੰ ਦਿੱਤੀਆਂ ਸੀ, ਕੂਕਾਂ ਦਿੱਤੀਆਂ ਸੀ। ਠੀਕ ਹੈ, ਇਹ ਬੜੇ ਬਾਬਿਆਂ ਕੋਲ ਜਾਂਦਾ ਸੀ। ਮੈਂ ਉਹਨੂੰ ਕਹਿੰਦਾ ਹੁੰਦਾ ਸਾਂ ਮੈਂ ਲਧੀ ਸਾਂ, ਕੋਈ ਬਾਬੇ ਦੀ ਦੁਆ ਨਹੀਂ ਕੰਮ ਆਣੀ, ਮਾਂ ਦੀ ਕਬਰ ਤੇ ਜਾ ਕੇ ਰੋ ਕੇ ਦੁਆ ਮੰਗ ਲਾ।
ਤੇ ਅੱਗੋਂ ਗਾਲਾਂ ਕੱਢਦਾ ਸੀ। ਜਦੋਂ ਉਹਨੂੰ ਮੈਂ ਫੈਰ ਮਾਰਿਆ, ਮੇਰੇ ਵੱਲ ਵੇਖ ਕੇ ਮੇਰੇ ਵੱਲ ਆਇਆ, ਮੈਂ ਉਹਦੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ 2-4, ਇਹਨੇ ਨਹੀਂ ਕਰਨ ਦਿੱਤੀਆਂ। ਇਹਨੇ ਮੇਰੇ ਵੱਲ ਅਟੈਕ ਕੀਤਾ, ਮੈਂ ਉਹਨੂੰ ਫੈਰ ਮਾਰ ਦਿੱਤਾ। ਪਲੈਨਿੰਗ ਕਦੋਂ ਕੀਤੀ ਕਿ ਹੁਣ ਮੈਨੂੰ ਕਤਲ ਕਰ ਦੇਣਾ ਹੈ ਅਕਰਮ ਨੂੰ? ਹਾਂਜੀ, ਉਦੋਂ ਜਦੋਂ ਮੈਂ ਦੀ ਦੁਕਾਨ ਤੋਂ ਹੋ ਕੇ ਆਇਆ ਨਾ, ਇਹਨੇ ਕਿਹਾ ਨਹੀਂ ਮੈਂ ਤੈਨੂੰ ਇੱਥੇ ਕਮਰਾ ਨਹੀਂ ਬਣਾਉਣ ਦੇਣਾ। ਉਦੋਂ ਮੈਂ ਦਿਲ ਵਿੱਚ ਸੋਚ ਲਿਆ ਕਿ ਇਹਨੂੰ ਨਹੀਂ ਛੱਡਣਾ। ਮੈਂ ਕਿਹਾ ਕਦੋਂ ਗਿਆ ਦੁਕਾਨ ਤੇ? ਇਹ 12:30-1 ਵਜੇ ਦਾ ਟਾਈਮ ਸੀ ਦੁਪਹਿਰ ਦਾ। ਹਾਂਜੀ। ਅੱਛਾ, ਕਿੱਥੇ ਗਈ ਸੀ ਦੁਕਾਨ ਦੀ? ਕਿ ਕਸੂਰ ਬੁੱਲੇ ਸ਼ਾਹੀ ਮਾਰਕੀਟ ਦੇ ਸਾਹਮਣੇ ਆਇਆ ਇਹਦੀ ਦੁਕਾਨ। ਕਿਸ ਚੀਜ਼ ਦੀ? ਮੋਬਾਈਲਾਂ ਦੀ। ਅੱਛਾ, ਉੱਥੇ ਗਿਆ? ਹਾਂਜੀ। ਕਿਹਦੇ ਨਾਲ? ਹਾਂਜੀ, ਇਕੱਲਾ ਹੀ ਗਿਆ ਸਾਂ ਮੈਂ। ਇਕੱਲਾ ਗਿਆ? ਕੀ ਗੱਲ ਕੀਤੀ? ਇਹਨੂੰ ਮੈਂ ਕਿਹਾ ਯਾਰ ਮੇਰਾ ਘਰ ਵਸ ਲੈਣ ਦਿਓ, ਮੈਂ ਵੀ ਚਾਹੁੰਦਾ ਕਿ ਮੇਰੇ ਬੀਵੀ ਬੱਚੇ ਹੋਣ, ਮੇਰਾ ਖਾਨਦਾਨ ਹੋਵੇ, ਮੇਰਾ ਘਰ ਹੋਵੇ। ਇਹਨੇ ਕਿਹਾ ਕਿ ਯਾਰ ਨਹੀਂ, ਤੈਨੂੰ ਮੈਂ ਬਾਹਰ ਮਕਾਨ ਦੇ ਦਿੰਦਾ। ਮੇਰੀ ਦਿਲ ਦੀ ਖੁਆਇਸ਼ ਸੀ ਜਿੱਥੇ ਮੇਰਾ ਮਾਂ-ਬਾਪ ਰਹਿੰਦਾ ਰਿਹਾ ਮੈਂ ਉੱਥੇ ਹੀ ਰਵਾਂ। ਇਹਨਾਂ ਨੇ ਕਿਹਾ ਨਹੀਂ, ਤੈਨੂੰ ਉੱਥੇ ਨਹੀਂ ਸੀ ਜਗ੍ਹਾ ਦੇਣੀ। ਮੈਂ ਕਿਹਾ ਕੋਈ ਗੱਲ ਨਹੀਂ। ਮੈਂ ਆਪਣੀ ਮਾਂ ਦੀ ਕਬਰ ਤੇ ਆਇਆ, ਮੈਂ ਰੋ ਕੇ ਕਿਹਾ ਮੇਰੀ ਜ਼ਿੰਦਗੀ ਖਤਮ ਹੋ ਗਈ ਹੈ, ਹੁਣ ਮੈਂ ਜੀਣਾ ਨਹੀਂ ਚਾਹੁੰਦਾ, ਹੁਣ ਮੈਂ ਮਰ ਜਾਵਾਂਗਾ, ਵੀ ਉਹਨੂੰ ਵੀ ਮਾਰ ਦੇਵਾਂਗਾ। ਹਾਂਜੀ, मैं चीज़ सोच के मैं काम किया। नाजरीन, इस वक्त हमारे साथ मौजूद हैं SHO राजा जंग मोहम्मद इरशाद। ने ये कहानी चलाई कि वो वालदा की, वो जैसे आपको बता रहा था, वालदा की, बहन की, वालिद की, तो वो सब एक कहानी बनाता है। असल इशू इसका यही है कि ये जो 5 मरले पे घर बना रहे थे, ये उसमें एक कमरा बनाना चाहता था। सही। उसी घर में रहना चाहता था। इस बात पे इन दोनों भाइयों के ख़िलाफ़ आपस में तनाज़ा चल रहा था। सही। ये कहता था कि मैंने उसी जगह पे घर बनाना है, और वैसे भी ये इससे नफ़रत करता था, बहुत शदीद नफरत करता था। और 17 साल पहले इसकी वालदा फौत हुई है, और उसका मतलब कहना कि इसके दिल में ये भी था कि ये भाई खाता पीता है और हमें छोड़कर ये हसद का नतीजा है। ये का नतीजा है, ये अपने ससुराल वालों के साथ रहता है, हमें यानी कि कोई कॉपरेट हमारे साथ नहीं करता, उनके साथ जो मर्जी करता है। तो वो जो कमरा वो बनाना चाह रहा था, उस वाले से भी आपने तफ्तीश की होगी, घर वालों से भी पूछगीछ की ये होगी? बिल्कुल ठीक है। 2 दिन पहले इनका झगड़ा भी हुआ है, ये उसकी दुकान पे भी गया है। अच्छा। असल में ये 2 भाइयों को मारना चाहता था। 2 भाइयों को मारना चाहता ये था? 2 भाइयों को ही कत्ल करना चाहता अच्छा। था। इसका प्लान ये था। इकराम के अलावा भी है एक भाई शहजाद है इसका, ये उसको भी, जिसके हाथ में ये सारा कारोबार है। अच्छा अच्छा अच्छा। वो भी इसको मना करते थे। देखो ये नशा करता है, अगर वो पैसे देते हैं, उन्होंने चेक एंड बैलेंस तो करना है इसका। तो अगर वो पूछते हैं तो फिर ये उनको आंखें निकालता है। और जितनी नफरत आपने देख ली है इसके दिल में, अभी इसने कत्ल भी कर दिया है, कब्र भी खुद निकाली है, सारा काम खुद किया है, खुद ही करता रहा। ये बड़ी हैरानगी वाली बात है। मतलब कब्र भी खुद ही निकाली है, फिर नमाज़े जनाजा भी और सारा कुछ पढ़ी करता है, रहा है। और अभी इतना मुतमिन है कि जैसे इसने कुछ किया ही नहीं। कुछ नहीं किया। और वो कहता है कि मुझे तसल्ली है और मैंने उससे ठीक कत्ल कर दिया है, और ऐसे भाइयों को कत्ल कर देना चाहिए। वालदा की बात बताता है, 17 साल पहले उन्हें तशद्दुद किया था, ऐसी भी बात सामने आई है। बाकी बहन भाई उससे मिलते थे, इकराम के साथ मौजूद थे। अगर ऐसा होता तो कोई भी ना मिलता उससे? ये भी मिलता था, सारे मिलते थे। ये डेली उससे खर्चा लेता था, उसके पास जाता आता था। लेकिन इस बात पे इसको इतना रंज था कि मुझे ये घर नहीं बनाने। असल में ये शादी करना चाहता था। सही। अब इसकी उम्र निकल रही है, और वो सिर्फ नशे की लत की वजह से बदनाम हो चुका था। कोई इसको रिश्ता नहीं देता था। सही। घर वाले, खानदान वाले, रिश्तेदार सभी नफरत करते थे। इसी वजह से ये नफरत इसके दिल में यहाँ तक ले आई कि इसने उसको भी कत्ल कर दिया। 12:30 बजे तू ओदी दुकान तो निकले हैं, कितने गए हैं? ਕਬਰਸਤਾਨ ਗਿਆ, ਉਹਦੀ ਮਾਂ ਦੀ ਕਬਰ ਤੇ ਬੈਠਾ। ਠੀਕ ਹੈ, ਕਿੰਨੇ ਵਜੇ ਤੇ ਕਰ ਰਹੇ ਆ ਕਬਰਸਤਾਨ? ਉੱਥੇ ਮੈਂ 4-4:30 ਵਜੇ ਤੱਕ, ਇੰਨਾ ਕੁ ਟਾਈਮ ਹੈਗਾ ਸੀ ਜਦੋਂ ਇਹਨੂੰ ਕਾਲ ਕੀਤੀ ਏ। ਇਹ ਕੌਣ ਹੈ? ਇਹ ਦੋਸਤ ਕੰਮ ਕਰਦਾ ਸੀ, ਮੇਰੇ ਕੋਲ ਮੋਟਰਸਾਈਕਲ ਨਹੀਂ ਸੀ। ਮੈਂ ਫੋਨ ਕੀਤਾ ਕਿ ਮੇਰੇ ਕੋਲ ਆ, ਮੈਨੂੰ ਮੋਟਰਸਾਈਕਲ ਚਾਹੀਦੇ, ਆਪਾਂ ਪਿੰਡ ਜਾਣਾ ਪੈਸੇ ਲੈਣ। ਅੱਛਾ। ਉਹਨੇ ਕਿਹਾ ਠੀਕ ਹੈ। ਇਹਨੂੰ ਨਹੀਂ ਮੈਂ ਦੱਸਿਆ ਸੀ ਕਿ ਮੈਂ ਕੰਮ ਕਰਨਾ ਹੈ। ਸਹੀ ਹੈ। ਫਿਰ ਆ ਗਿਆ? ਕਿੰਨੇ ਵਜੇ ਆਇਆ ਤੇਰੇ ਕੋ? ਇਹ ਉਦੋਂ ਕੋਈ 15-20 ਮਿੰਟਾਂ ਬਾਅਦ ਆ ਗਿਆ। ਮੁਰਾਦਕੋਟ ਕੰਮ ਕਰਦਾ ਸੀ, ਪੁਰਾਣੇ ਅੱਡੇ ਕਬਰਸਤਾਨ ਚੋਂ ਹੀ ਨਿਕਲੇ ਆ। ਦਿਨ ਕਿਹੜਾ ਸੀ? ਹਾਂਜੀ, ਹਫਤੇ ਵਾਲਾ ਦਿਨ ਸੀ ਉਸ ਦਿਨ। ਅੱਛਾ। ਫਿਰ ਅਸੀਂ ਨਿਕਲੇ ਆ, ਅਸੀਂ ਇੱਧਰ ਹੌਲੀ ਹੌਲੀ ਚਲੇ ਗਏ ਆ। ਭੱਟੀ ਹਸਪੀਟਲ ਘਰੋਂ ਨਿਕਲੇ ਸੀ, ਆਸਤਾ ਆਸਤਾ ਸਿੱਧਾ ਸ਼ੇਹਮ ਪਿੰਡ ਨਾ, ਪੈਟਰੋਲ ਪੰਪ ਤੋਂ ਥੋੜਾ ਕੁ ਪਿੱਛੇ ਅਸੀਂ ਹੋਟਲ ਤੇ ਬਹਿ ਗਏ ਆ। ਉੱਥੇ ਖਾਣਾ ਖਾਧਾ, ਚਾਹ ਪੀਤੀ ਏ। ਜਦੋਂ ਮੈਂ ਚਾਹ ਪੀ ਲਈ ਸੀ, ਅੱਧੀ ਚਾਹ ਰਹਿ ਗਈ ਸੀ। ਉਹ ਲੰਘਿਆ, ਇਹਨੂੰ ਮੈਂ ਕਿਹਾ ਛੇਤੀ ਕਰ ਚਾਹ ਪੀ, ਤੇ ਨਾ ਬੰਦਾ ਆ ਗਿਆ, ਉਹਦੇ ਕੋਲ ਪੈਸੇ ਲੈਣੇ, ਮੈਂ ਜਲਦੀ ਕਰ ਇੱਧਰ ਆ। ਤੇ ਇਹਨੂੰ ਮੈਂ ਲੈ ਗਿਆ ਨਾਲ। ਉੱਥੇ ਨਾ ਬਾਬਾ ਟ੍ਰੈਫਿਕ ਹੈ ਸੀ। ਜਦੋਂ ਸ਼ੇਹਮੋ ਥੰਮਣ ਨੂੰ ਜਿਹੜਾ ਰਸਤਾ ਮੋੜਦਾ, ਉਸ ਰਸਤੇ ਤੇ ਗਏ ਆ। ਇਹ ਸਾਡੇ ਤੋਂ ਅੱਗੇ ਸੀ, ਅਸੀਂ ਪਿੱਛੇ ਸਾਂ। ਉਦੋਂ ਉਹ ਰਹਿ ਗਏ ਸੀ, ਅਸੀਂ ਰਹਿ ਗਏ ਸਾਂ। ਕੀ ਮਤਲਬ ਉਹ ਰਹਿ ਗਏ ਸੀ? 2 ਮੋਟਰਸਾਈਕਲਾਂ ਰਹਿ ਗਈਆਂ ਸੀ ਉਦੋਂ। ਉੱਥੇ ਹੋਰ ਕੁਝ ਵੀ ਨਹੀਂ ਗਾ ਸੀ? ਕਿਹੜਾ ਰਸਤਾ ਸੀ? ਹਾਂਜੀ, ਥੰਮਣ ਨਾਲ ਰਾਹ ਹੀ, ਮੈਨੂੰ ਇੰਨਾ ਪਤਾ। ਉਸ ਤੋਂ ਅੱਗੇ ਦਾ ਪਿੰਡ ਆ ਗਿਆ ਸੀ ਥੰਮਣ।
ਕਿਹਦਾ ਪਿੰਡ ਆ ਗਿਆ ਸੀ? ਇਹ ਭਾਈ ਮੇਰਾ ਜਿੱਥੇ ਰਹਿੰਦਾ ਸੀ ਉਹ ਅੱਛਾ। ਪਿੰਡ ਆ ਗਿਆ ਸੀ ਥੰਮਣ। ਭਾਈ ਉੱਥੇ ਹੀ ਨਹੀਂ ਰਹਿੰਦਾ ਸੀ ਜਿੱਥੇ ਤੁਹਾਡਾ ਬਾਈ ਘਰ ਹੈਗਾ ਸੀ? ਨਹੀਂ ਨਹੀਂ, ਇਹ ਥੰਮਣ ਰਹਿੰਦਾ ਸੀ। ਇੱਥੇ ਉਹਨੇ ਸੈਂਟਰ ਬਣਾਇਆ ਸੀ, ਇਹਦੀ ਬੀਵੀ ਡਾਕਟਰ ਹੈ ਤੇ ਉਹ ਉੱਥੇ ਉੱਤੇ ਰਹਿਸ਼ ਦੀ ਥੱਲੇ ਰਹਿੰਦਾ ਸੀ। ਮੈਂ ਕਦੀ ਇਹਦੇ ਘਰ ਵੀ ਨਹੀਂ ਗਿਆ, ਮੈਂ ਕਦੀ ਇਹਦੇ ਕੋਲ ਕੋਈ ਪੈਸਾ ਵੀ ਨਹੀਂ ਲਿਆ। ਇਹਨੇ ਮੈਨੂੰ ਕਾਰੋਬਾਰ ਕਰਵਾਇਆ ਸੀ। ਉਹ ਨਾ ਸਾਰਾ ਮੇਰੇ ਛੋਟੇ ਭਾਈ ਦੇ ਅੰਡਰਵਰ ਸੀ। ਮੈਂ ਜਿਹੜੀ ਮਜ਼ਦੂਰੀ ਕਰਨਾ ਸੀ ਉਹੀ ਇਹਨਾਂ ਕੋਲ ਲੈਣਾ ਸਾਂ। 90,000 ਰੁਪਏ ਐਡਵਾਂਸ ਲਿਆ ਸੀ। ਉਹ ਕਸੂਰ ਬੰਦੇ ਗਵਾਹ ਨੇ, ਉਹ ਉਹਨਾਂ ਨੂੰ ਮੈਂ ਦੇ ਦਿੱਤਾ ਸੀ। ਇਹਨੂੰ ਮੈਂ ਕਿਹਾ ਸੀ ਮੀਆਂ ਇਸ ਤੋਂ ਇਲਾਵਾ ਕੋਈ ਤੇਰਾ ਮੇਰਾ ਲੈਣ ਦੇਣ ਹੈਗਾ ਤੇ ਮੈਨੂੰ ਦੱਸ ਦੇ। ਇਹਨੇ ਕਿਹਾ ਨਹੀਂ, ਮੇਰਾ ਅੰਦਰ ਲੈਣਾ ਦੇਣਾ ਕਿਸੇ ਕਿਸਮ ਦਾ ਨਹੀਂ ਸੀ। ਮੈਂ ਇਹਦੇ ਕੋਲ ਕਦੀ ਇੱਕ ਟਾਈਮ ਦੀ ਰੋਟੀ ਵੀ ਨਹੀਂ ਖਾਧੀ ਨਾ। ਮੈਂ ਅੱਲਾ ਮੇਰਾ ਗਵਾਹ ਹੈ ਉਹਦੇ ਕੋਲ ਜਾਣਾ। ਤੇ ਉਹ ਕਾਰੋਬਾਰ ਕਰਾ ਕੇ ਦਿੱਤਾ ਜਿਹੜਾ ਉਹਨੇ ਤੈਨੂੰ, ਉਹ ਆਪੇ ਹੀ ਆਪਣੇ ਮੂੰਹੋਂ ਦੱਸ ਰਿਹਾ, ਉਹ ਕੀ ਸੀ? ਉਹ ਛੋਟੇ ਭਾਈ ਦੇ ਹੈਂਡਓਵਰ ਸੀ। ਜਦੋਂ ਇਹਨੇ ਸੈਂਟਰ ਬਣਾਇਆ ਨਾ ਹਸਪੀਟਲ ਪਿੰਡ, ਉਦੋਂ ਇਹਨੇ ਸਾਰਾ ਕੁਝ ਵੇਚ ਕੇ ਪੈਸੇ ਸਾਰੇ ਇਹਨੇ, ਮੈਂ ਇਹਦੇ ਕੋਲੋਂ 10 ਰੁਪਏ ਵੀ ਨਹੀਂ ਅੱਲਾ ਦੇ ਹੁਕਮ ਨਾਲ ਉਸ ਕਾਰੋਬਾਰ ਵਿੱਚੋਂ ਲਏ। ਮੈਂ ਹਫਤੇ 'ਚ ਜਿਹੜੀ ਮਜ਼ਦੂਰੀ ਕਰਨਾ ਸਾਂ ਉਹੀ ਇਹਦੇ ਕੋਲੋਂ ਲੈਣਾ ਸਾਂ। ਉਹ ਛੋਟਾ ਭਾਈ ਮੇਰਾ ਗਵਾਹ ਹੈ ਕਿ ਮੈਂ, ਜਾਂ ਮੇਰਾ ਰੱਬ ਗਵਾਹ ਹੈ, ਕਹਿੰਦਾ ਮੇਰਾ ਲੈਣਾ ਦੇਣਾ ਕੋਈ ਨਹੀਂ ਸੀ ਆਇਆ। ਤੇ ਮਾਲਕਾਂ ਦੀ ਤਰ੍ਹਾਂ ਹੀ ਕੰਮ ਕਰਦਾ ਸੀ ਨਾ, ਤੈਨੂੰ ਕਾਰੋਬਾਰ ਜੋ ਕਰਾ ਕੇ ਦਿੱਤਾ ਸੀ ਉਹਨੇ? ਹਾਂਜੀ, ਮੈਂ ਮਜ਼ਦੂਰੀ ਕਰਨਾ ਸਾਂ। ਮੇਰਾ ਉਹਦੇ 'ਚ ਲਿੰਕ ਕੋਈ ਨਹੀਂ ਸੀ ਕਾਰੋਬਾਰ 'ਚ। ਕੀ ਬਚਦਾ, ਕੀ ਦਿੰਦੇ ਨੇ, ਕੀ ਲੈਂਦੇ ਨੇ, ਮੈਨੂੰ ਕਿੰਨੀ ਮਜ਼ਦੂਰੀ ਲੈਂਦਾ ਸੀ? ਕਿੰਨੀ ਮਜ਼ਦੂਰੀ ਲੈਂਦਾ ਸੀ? ਹਾਂਜੀ, ਮੇਰਾ 4.5-5 ਹਜ਼ਾਰ ਦਾ ਹਫਤੇ ਦੀ ਮਜ਼ਦੂਰੀ ਹੋ ਜਾਂਦੀ ਸੀ ਇਹਦੇ ਕੋਲ। ਠੀਕ ਹੈ। ਤੇ ਹੋਰ ਵੱਡਾ ਭਰਾ ਕੀ ਕਰ ਸਕਦਾ ਇਹਦੇ ਤੋਂ ਇਲਾਵਾ? ਹਾਂਜੀ, ਆਸਾਨੀ ਪੈਦਾ ਕਰ ਸਕਦਾ ਨਾ ਛੋਟੇ ਵਾਸਤੇ। ਉਹਨੂੰ ਆਪਣੇ ਕਾਰੋਬਾਰ, ਤੂੰ ਜ਼ਿੰਮੇਦਾਰ ਨਹੀਂ ਹੋਏਗਾ, ਆਪਣੇ ਮੂੰਹੋਂ ਦੱਸਦਾ ਨਸ਼ਈ ਹੈ, ਤੇ ਨਸ਼ਈ ਨੂੰ ਕੋਈ ਆਪੇ ਹੀ ਕਾਰੋਬਾਰ ਸਿਰਫ ਤੈਨੂੰ ਹੀ ਛੱਡ ਦਿੰਦਾ ਤੇ ਉਹ ਤੇ ਤਬਾਹ ਹੋ ਜਾਣਾ ਸੀ। ਹਾਂਜੀ, ਮੈਂ ਉਹਦੇ 'ਚੋਂ 1 ਰੁਪਇਆ ਦਾ ਨਹੀਂ ਰਵਾਦਾਰ ਉਸ ਕਾਰੋਬਾਰ ਦੇ ਵਿੱਚੋਂ। ਮੇਰਾ ਅੱਲਾ ਜਾਣਦਾ ਜਾਂ ਮੈਂ ਜਾਣਨਾ ਤੇ ਜਾਂ ਛੋਟਾ ਭਾਈ ਜਾਣਦਾ ਜਿਹਦੇ ਹੈਂਡਓਵਰ ਸੀ। ਇਹਨੇ ਕਾਰੋਬਾਰ ਬੰਦ ਕਰਕੇ ਇਹਨੇ ਮੈਨੂੰ ਕਿਹਾ ਮੇਰੇ ਪੈਸੇ 90,000 ਰੁਪਏ ਮੈਨੂੰ ਚਾਹੀਦਾ, ਨਹੀਂ ਤੇ ਤੇਰੀ ਅੱਖਾਂ 'ਚ ਸੂਏ ਮਾਰ ਦਾਂਗਾ। ਤੈਨੂੰ ਸਰਾਣਾ ਰੱਖ ਕੇ ਸੁੱਤੇ ਪੈ ਨੂੰ ਉਠਾ ਕੇ ਕਹਿੰਦਾ ਹੁੰਦਾ ਸੀ ਮਾਰ ਦਾਂਗਾ। ਮੈਂ ਤਕਰੀਬਨ 2-2.5 ਮਹੀਨਿਆਂ ਬਾਅਦ ਇਹਨੂੰ 90,000 ਰੁਪਏ ਦਿੱਤਾ ਸੀ। ਉਹ ਕਸੂਰ ਬੰਦੇ ਆ ਨੇ ਜਿਨ੍ਹਾਂ ਕੋਲ ਮੈਂ ਕੰਮ ਕਰਨਾ ਸਾਂ, ਉਹਨਾਂ ਨੇ 90,000 ਰੁਪਏ ਉਦੋਂ ਸੀ ਕਰੋਨਾ ਦੇ ਦਿਨ ਸੀ, ਉਦੋਂ ਮੈਨੂੰ 90,000 ਰੁਪਏ ਕਲੀਅਰ ਕਰਤਾ ਸੀ। ਇਹਦਾ ਮੇਰਾ ਲੈਣਾ ਦੇਣਾ 1 ਰੁਪਏ ਦਾ ਨਹੀਂ ਸੀ। ਪਿਸਤੌਲ ਕਿੱਥੋਂ ਲਿੱਤੀ? ਪਿਸਤੌਲ ਮੈਂ ਮਾੜਾ ਬਾਜ਼ਾਰ ਨਾਲ ਪਠਾਨ ਮੇਰਾ ਦੋਸਤ ਬਣਿਆ ਸੀ, ਜੈਕਟਾਂ ਵੇਚਦਾ ਉੱਥੇ, ਉਹਦੇ ਕੋਲੋਂ ਮੈਂ ਲਈ ਸੀ। ਕਦੋਂ ਦੀ? ਇਹ 3 ਦਿਨ ਪਹਿਲਾਂ ਲਈ ਸੀ ਮੈਂ। 3 ਦਿਨ ਪਹਿਲਾਂ? ਤੇ 3 ਦਿਨ ਪਹਿਲੇ ਜ਼ੇਨ ਬਣਾ ਲਿਆ ਸੀ ਇਹਨੂੰ ਮਾਰਨਾ? ਨਹੀਂ, ਮੈਂ ਜ਼ੇਨ ਨਹੀਂ ਸੀ ਬਣਾਇਆ। ਮੈਂ ਕਿਹਾ ਸੀ ਕਿ ਜੇ ਮੇਰਾ ਇਹਨਾਂ ਨੇ ਘਰ-ਬਾਰ ਵਸਣ ਦਿੱਤਾ ਤੇ ਮੇਰਾ ਇਹਦਾ ਕੋਈ ਤਨਾਜ਼ਾ ਨਹੀਂਗਾ। ਇਹ ਆਪਦੇ ਘਰ, ਮੈਂ ਆਪਦੇ ਘਰ। ਇਹ ਵੈਸੇ ਵੀ ਘਰ ਨਹੀਂ ਸੀ ਆਂਦਾ, ਘਰ ਨਾਲ ਇਹਦਾ ਕੋਈ ਲਿੰਕ ਨਹੀਂ ਸੀ ਹੈਗਾ। ਇਹਦਾ ਇਹ ਲਿੰਕ ਸੀ ਕਿ ਮੈਂ ਕਮਰਾ ਬਣਾਉਣ ਦਾ ਕਿਹਾ ਦੂਸਰੇ ਭਾਈ ਨੂੰ, ਤੇ ਇਹਨੇ ਨਾ ਉਹਨੂੰ ਕਿਹਾ ਕਿ ਇਹਨੂੰ ਕਮਰਾ ਨਹੀਂ ਇੱਥੇ ਬਣਾਉਣ ਦੇਣਾ। ਅੱਛਾ। ਫਿਰ ਮੈਂ ਇਹਦੇ ਕੋਲ ਗਿਆ, ਇਹਨੂੰ ਮੈਂ ਕਿਹਾ ਯਾਰ ਕਿ ਨਾ ਜਾਣ ਦੇ, ਤੇਰੀ ਮਿਹਰਬਾਨੀ, ਤੂੰ ਨਾ। ਇਹਨੇ ਨਾ ਬਾਹਰ ਆਪਦਾ ਮਕਾਨ ਲੈਦਾ ਬਣਾ ਲਿਆ ਹੋਇਆ ਸੀ। ਇਸ ਤੋਂ ਇਲਾਵਾ ਵੀ ਜਿੱਥੇ ਰਹਿੰਦਾ ਇੱਕ ਇਹਨੇ ਮਕਾਨ ਕਿਰਾਏ ਤੇ ਦਿੱਤਾ ਸੀ। ਸਹੀ ਹੈ। ਇਹਦੇ ਕੋਲ ਲੈ ਦਿੱਤਾ, ਸਾਰਾ ਕੁਝ ਸੀ। ਮਤਲਬ ਨਾਲ ਇਹਨੇ ਬੁਗਜ਼ ਰੱਖਿਆ। ਖਾਂਦਾ ਪੀਂਦਾ ਸੀ ਉਹ, ਤੈਨੂੰ ਬਰਦਾਸ਼ਤ ਨਹੀਂ ਹੋ ਰਿਹਾ ਸੀ? ਕਿਹਾ ਕਿ ਉਹ ਖਾਂਦਾ ਪੀਂਦਾ ਹੈ? ਮੈਨੂੰ ਉਹਦੇ ਨਾਲ ਕੋਈ ਲਿੰਕ ਨਹੀਂ ਸੀ। ਖਾਵੇ ਪੀਵੇ ਜਿਵੇਂ ਮੈਂ ਕਹਿੰਦਾ ਸੀ ਕਿ ਯਾਰ ਮੇਰਾ ਘਰ ਵਸ ਲੈਣ ਦੇ। ਹਾਂਜੀ ਠੀਕ ਹੈ। ਪਿਸਤੌਲ ਕੋਲ ਹੀ ਸੀ ਸੁਬਾ ਤੋਂ ਤੇਰੇ? ਹਾਂਜੀ। ਕਬਰਸਤਾਨ ਵੀ ਪਿਸਤੌਲ ਲੈ ਕੇ ਗਿਆ? ਕੋਲ ਵੀ ਪਿਸਤੌਲ ਲੈ ਕੇ ਗਿਆ ਸੀ ਮੈਂ। ਇਹਦੇ ਕੋਲ ਵੀ ਲੈ ਕੇ ਗਿਆ? ਉੱਥੇ ਕਿਉਂ ਨਹੀਂ ਮਾਰਿਆ? ਉੱਥੇ ਕੌਣ ਸੀ? ਉੱਥੇ ਦਾ ਸਾਲਾ ਸੀ, ਇੱਕ ਮੁੰਡਾ ਹੋਰ ਬੈਠਾ ਸੀ। ਉਸ ਤੋਂ ਬਾਅਦ ਮੈਂ ਨਾ ਆਪਣੀ ਮਾਂ ਦੀ ਕਬਰ ਤੇ ਆਇਆ। ਸਾਲੇ ਦੇ ਸਾਹਮਣੇ ਲੜਾਈ ਝਗੜਾ ਹੋਇਆ ਸੀ ਤੇਰਾ? ਨਹੀਂ, ਕੋਈ ਨਹੀਂ ਉਹਦੇ ਸਾਹਮਣੇ ਹੋਇਆ ਸੀ। ਕੀ ਗੱਲ ਆਰਾਮ ਨਹੀਂ ਕੀਤੀ ਸੀ? ਹਾਂਜੀ। ਕੀ ਕਿਹਾ ਤੂੰ? ਹਾਮੀ ਭਰੀ ਕੋਈ? ਉਹਨੇ ਕਿਹਾ ਤੈਨੂੰ ਬਾਹਰ ਮਕਾਨ ਲੈ ਦੇਣਾ, ਤੂੰ ਕੀ ਕਿਹਾ ਅੱਗੋਂ? ਮੈਂ ਕਿਹਾ ਯਾਰ ਨਹੀਂ, ਮੈਂ ਬਾਹਰ ਮਕਾਨ ਨਹੀਂ ਲੈਣਾ, ਮੈਂ ਉਹੀ ਘਰ ਵਿੱਚ ਆਪਣਾ ਕਮਰਾ ਬਣਾ ਲੈਣਾ। ਮੈਂ ਉੱਥੇ ਮਕਾਨ ਲੈ ਲੈਂਦਾ, ਕੱਲ ਨੂੰ ਫਿਰ ਮੈਨੂੰ ਠੁੱਡੇ ਮਾਰੇ ਕੱਢ ਦਿੰਦਾ। ਉਹਦਾ ਮੈਨੂੰ ਇਹਦੇ ਤਬਾਰ ਨਹੀਂ ਸੀ। ਕਿੱਥੇ ਜਾ ਰਿਹਾ ਸੀ? ਕਿਵੇਂ ਮਾਰਿਆ? ਉਹਦੇ ਨਾਲ ਕੌਣ ਬੈਠਾ ਸੀ? ਕਹਿੰਦੇ ਕਿੱਥੇ? ਨਜ਼ਦੀਕ ਪਹੁੰਚੇ ਆ ਥੰਮਣ ਪਿੰਡ ਕੋਲ। ਇਹਦੇ ਨਾਲ ਸੀ ਇੱਕ ਬਾਬਾ ਪਿੱਛੇ ਬੈਠਾ ਸੀ। ਠੀਕ। ਕੌਣ ਸੀ ਉਹ? ਉਹਨੂੰ ਮੈਂ ਨਹੀਂ ਜਾਣਦਾ, ਉਹਦੇ ਪਿੰਡ ਦਾ ਹੈ, ਉਹ ਮੈਨੂੰ ਜਾਣਦਾ ਸੀ। ਠੀਕ ਹੈ। ਜਦੋਂ ਕਾਰੋਬਾਰ ਸੀ ਸਾਡਾ ਉੱਥੇ ਰੋਜ਼ਾਨਾ ਦੇ ਨਾਲ ਆਂਦਾ ਜਾਂਦਾ ਸੀ। ਠੀਕ ਹੈ। ਠੀਕ ਹੈ। ਮੈਂ ਨਾ ਮੇਰਾ ਚਲਾ ਕੌਣ ਰਿਹਾ ਸੀ ਮੋਟਰਸਾਈਕਲ? ਇਹ ਦੋਸਤ ਮੇਰਾ ਗੱਡੀ ਚਲਾ ਰਿਹਾ ਸੀ। ਤੇ ਅਕਰਮ? ਤੇ ਅਕਰਮ ਵੀ ਗੱਡੀ ਚਲਾ ਰਿਹਾ ਮੋਟਰਸਾਈਕਲ? ਹਾਂਜੀ। ਜਦੋਂ ਮੈਂ ਇਹਦੇ ਨਜ਼ਦੀਕ ਆਇਆ, ਇਹਨੂੰ ਮੈਂ ਕਿਹਾ ਗੱਡੀ ਸਾਈਡ ਤੇ ਲਵਾ, ਨਹੀਂ ਤਾਂ ਤੈਨੂੰ ਫੈਰ ਮਾਰ ਦਾਂਗਾ ਜੀ। ਇਹਨੇ ਗੱਡੀ ਦੀ ਬ੍ਰੇਕ ਮਾਰੀ ਹੈ, ਉਹਨੂੰ ਮੈਂ ਬਾਜ਼ੂ ਤੋਂ ਫੜਿਆ, ਮੈਂ ਕਿਹਾ ਇੱਥੇ ਖੜਾ ਹੋ ਜਾ। ਉਹਨੇ ਗੱਡੀ ਅੱਧੀ ਇੱਧਰਲੇ ਪਾਸੇ ਡਿੱਗੀ ਹੈ, ਇਹਦੀ ਦੋਸਤ ਮੇਰੇ ਦੀ ਵੀ ਡਿੱਗ ਗਈ। ਇਹਦੇ ਤੋਂ ਮੈਂ ਥੱਲੇ ਉਤਰ ਗਿਆ, ਮੈਨੂੰ ਨਹੀਂ ਪਤਾ ਲੱਗਾ। ਤੂੰ ਨਹੀਂ ਡਿੱਗਿਆ? ਨਹੀਂ, ਮੈਂ ਤੂੰ ਖਲੋ ਗਿਆ? ਹਾਂਜੀ। ਪਿਸਤੌਲ ਕੱਢ ਲਿਆ ਸੀ ਉਦੋਂ ਤੂੰ? ਹਾਂਜੀ। ਹੱਥ 'ਚ ਸੀ? ਹਾਂਜੀ, ਉਦੋਂ ਮੈਂ ਗੋਲੀ ਚੜਾ ਲਈ ਹੋਈ ਸੀ ਉਸ ਤੋਂ ਪਿੱਛੋਂ ਹੀ। ਅੱਛਾ। ਜਦੋਂ ਮੈਨੂੰ ਕਿਹਾ ਪਿੱਛੇ, ਤੇ ਉਹ ਇੱਧਰਲੇ ਪਾਸੇ ਆ ਗਿਆ ਸੱਜੇ ਪਾਸੇ, ਤੇ ਮੈਂ ਵੇਖਣਾ ਪਿਆ ਉਹ ਬਾਬਾ ਵੀ ਕੋਲ ਖਲੋਤਾ ਮੇਰੇ। ਇੱਥੇ ਕੋ ਖਲੋਤਾ ਸੀ, ਇੱਥੇ ਕਿ ਮੈਂ ਖੜਾ ਸਾਂ। ਇਹ ਪਰਾਂ ਪੈਲੀਆਂ ਨੂੰ ਚਲਾ ਗਿਆ, ਉਧਰੋਂ ਮੇਰੇ ਵੱਲੇ ਆਇਆ ਤੇ ਮੈਂ ਇੱਥੇ ਰੱਖ ਕੇ ਤੇ ਗੋਲੀ ਮਾਰ ਦਿੱਤੀ। ਇੱਥੇ? ਹਾਂਜੀ। ਸਿਰ ਤੇ? ਹਾਂਜੀ। ਤੇ ਗੋਲੀ ਮਾਰ ਕੇ ਤੇ ਮੈਂ ਉਹਨੂੰ ਕਿਹਾ ਹੁਣ ਗੱਡੀ ਨਸਾ, ਨਹੀਂ ਤੇ ਮੈਂ ਤੈਨੂੰ ਵੀ ਗੋਲੀ ਮਾਰ ਦਾਂਗਾ। ਨਾਲ ਦਾ ਬਾਬਾ ਕਿੱਥੇ ਗਿਆ? ਉਹ ਬਾਬਾ ਉਦੋਂ ਉਹਦੇ ਕੋਲ ਖੜਾ ਸੀ, ਉਹ ਮੇਰੇ ਪਿਛਲੀ ਸਾਈਡ ਤੇ ਵੇਖ ਰਿਹਾ ਸੀ ਤੈਨੂੰ? ਹਾਂਜੀ। ਅੱਛਾ। ਮੇਰੇ ਨਾਲ ਉਦੋਂ ਸਿਰ ਤੇ ਮੈਂ ਬਸ ਸਾਫਾ ਬੋਲਿਆ ਸੀ, ਮੇਰਾ ਸਿਰ ਉਦੋਂ ਦਰਦ ਕਰਨ ਦਿਆ ਸੀ। ਅੱਛਾ।
ਤਕਰੀਬਨ 3-4 ਘੰਟੇ ਉਸ ਦਿਨ ਮੈਂ ਰੋਂਦਾ ਰਿਹਾ ਆਪਣੀ ਮਾਂ ਦੀ ਕਬਰ ਤੇ ਬਹਿ ਕੇ। ਠੀਕ ਹੈ, ਤੇ ਉਹਦੇ ਤੋਂ ਬਾਅਦ ਕਤਲ ਕੀਤਾ ਹੈ ਹਾਂਜੀ ਭਰਾ ਨੂੰ। ਹਾਂਜੀ ਠੀਕ ਹੈ, ਮੋਟਰਸਾਈਕਲ ਤੇ ਬਹਿ ਗਿਆ ਫਿਰ ਇਹਦੇ ਮਗਰ? ਹਾਂਜੀ। ਫਿਰ ਕਿੱਥੇ ਗਿਆ? ਉਧਰੋਂ ਅਸੀਂ ਇੱਧਰ ਆਏ ਹਾਂ ਅੱਜ, ਇਹ ਥੰਮਨ ਥਾਣੀ ਇਹ ਰਸਤਾ ਆਉਂਦਾ, ਮੈਨੂੰ ਰਸਤਿਆਂ ਦਾ ਨਹੀਂ ਪਤਾ। ਇੱਧਰੋਂ ਨਾ ਇਹ ਰਾਇਵੰਡ ਰੋਡ ਤੇ ਗਏ ਆ, ਉੱਥੋਂ ਅਸੀਂ ਨਲਕਾ ਸਟਾਪ ਤੋਂ ਮੀਰ ਮੁਹੰਮਦ ਸੱਤੋ ਕੀ, ਉੱਥੋਂ ਅਸੀਂ ਸੂਬੇ ਅਸਲ ਤੋਂ ਮੈਂ ਸਿੱਧਾ ਘਰ ਚਲਾ ਗਿਆ ਹਾਂ। ਘਰ ਜਾ ਕੇ ਕੀ ਕੀਤਾ? ਘਰ ਜਾ ਕੇ ਉਹ ਵੇਖਿਆ ਸਾਰੇ ਪਿੰਡ ਚਲੇ ਗਏ ਸੀ ਤੇ ਮੈਂ ਬਾਈ ਸਾਰੀ ਰਾਤ ਮਾਂ ਦੀ ਕਬਰ ਤੇ ਬੈਠਾ ਰਿਹਾ। ਘਰ ਕਿਹੜਾ ਸੀ? ਹਾਂਜੀ, ਇਹ ਪੁਰਾਣੇ ਲਾਰੇ ਡਾਲਾ ਕੋਟ ਸ਼ਾਮੀ ਸ਼ਹੀਦ ਵਾਲਾ ਕਿਹੜਾ ਗਲੀ। ਉੱਥੇ ਕੌਣ ਕੌਣ ਰਹਿੰਦਾ ਸੀ? ਉੱਥੇ ਮੇਰੇ 2 ਭਾਈ ਰਹਿੰਦੇ ਨੇ ਹੋਰ ਉੱਥੇ। ਤੂੰ ਵੀ ਉੱਥੇ ਹੀ ਰਹਿੰਦਾ ਸੀ? ਮੈਂ ਆਪਦੀ ਚਾਚੀ ਘਰ ਆਣਾ, ਉਹ ਨਾਲ ਹੀ ਘਰ ਹੈ। ਨਾਲ ਦਾ ਘਰ ਹੈਗਾ? ਹਾਂਜੀ। ਅੱਛਾ, ਉਧਰ ਚਲਾ ਗਿਆ। ਹਾਂਜੀ। ਉਸ ਤੋਂ ਬਾਅਦ ਕਿੱਥੇ ਗਿਆ? ਉਸ ਤੋਂ ਬਾਅਦ ਮੈਂ ਕਬਰਸਤਾਨ ਚਲਾ ਗਿਆ, ਰਾਤ ਮੈਂ ਕਬਰਸਤਾਨ ਹੀ ਰਿਹਾ। ਫਿਰ ਸਵੇਰ ਦਿਨ ਚੜਿਆ, ਮੇਰੇ ਦੂਸਰੇ ਭਾਈ ਆਏ ਨੇ, ਉਹਨਾਂ ਦੀ ਉੱਥੇ ਮੈਂ ਕਬਰ ਬਣਵਾਈ, ਨਾਲ ਕਬਰ ਬਣਾਈ ਹੁੰਦੇ ਮੈਂ ਆਪਣੇ ਭਰਾ ਦੀ। ਹਾਂਜੀ। ਕਬਰ ਵੀ ਬਣਵਾਈ ਹੋ? ਹਾਂਜੀ, ਕਬਰਾਂ ਦਾ ਵੀ ਕਾਰੀਗਰ ਹਾਂ ਮੈਂ। ਅੱਛਾ, ਕਬਰ ਵੀ ਆਪ ਬਣਾਈ ਹੋ, ਕਤਲ ਵੀ ਆਪ ਕੀਤਾ ਹੈ? ਵਾਹ। ਜਨਾਜ਼ਾ ਪੜਿਆ ਉਸ ਤੋਂ ਜਨਾਜ਼ਾ ਵੀ ਪੜਿਆ? ਹਾਂਜੀ। ਉਸ ਤੋਂ ਬਾਅਦ ਮੈਂ 3 ਦਿਨਾਂ ਬਾਅਦ ਮੈਂ ਅੱਲਾਹ ਪਾਕ ਨੂੰ ਕਿਹਾ ਕਿ ਠੀਕ ਹੈ ਮੇਰੇ ਮਾਲਿਕ, ਮੈਂ ਜੋ ਨਾ ਗ੍ਰਿਫਤਾਰ ਹੋਣਾ ਚਾਹਨਾ, ਮੈਂ ਜੋ ਨਹੀਂ। ਉਦੋਂ ਤੈਨੂੰ ਕੋਈ ਸ਼ਰਮ ਨਹੀਂ ਆ ਰਹੀ ਸੀ? ਜਨਾਜ਼ੇ ਚ ਪੜਨ ਤੋਂ ਬਾਅਦ ਕੀ ਦੁਆ ਕੀਤੀ? ਹਾਂਜੀ, ਉਹਦਾ ਜਨਾਜ਼ਾ ਪੜਿਆ ਹੈ ਤੇ ਕੀ ਦੁਆ ਕੀਤੀ ਉਹਦੇ ਵਾਸਤੇ? ਮੈਂ ਮਸਲਨ ਕਿ ਜਿਹੜੀ ਉਹਨੇ ਮੇਰੇ ਨਾਲ ਕੀਤੀਆਂ ਨੇ ਮੈਂ ਉਹਨੂੰ ਮਾਫ ਕਰਦੀਆਂ ਨੇ, ਮੇਰੇ ਕੋਲ ਜਿਹੜੀ ਹੋਈ ਹੈ ਉਹਦੀ ਮੈਂ ਸਜ਼ਾ ਭੁਗਤਣ ਆ ਗਿਆ। मैंने क्राइम सीन का जायज़ा लिया तो मुझे ये यकीन हो गया कि ये वारदात नहीं हुई, ये सिर्फ बंदे को टारगेट किया गया है। टारगेट किया गया उससे? वो कैसे आपने वो इस तरह के ये 2 साथी थे, जब ये आ रहे थे कसूर से, मैंने उससे पूरी अपना वो उसके बयान लिए, उसकी इंटरोगेशन। मकतूल के साथ एक और शख्स था? एक और शख्स था, उसका दोस्त था रमज़ान। ठीक है। जब मैंने उससे पूछा कि भी किस तरह से ये आपके साथ वारदात हुई है, सही वक़ूआ कैसे हुआ है, तो उसने मुझे बताया कि हम शाम को जब निकले हैं तो शेखम से हमने कुछ शॉपिंग की है, शादी की सालगिरह थी इनके साले की, तो उनकी शॉपिंग करके हम आ रहे थे। जब गांव के पास पहुंचे हैं सही, तो पीछे से एक 125 आई है, उसने हमारी मोटरसाइकिल को रोका है, आगे मोटरसाइकिल कर दी है और हम भी गिर गए हैं और उनकी मोटरसाइकिल भी गिर गई है। जब उनकी मोटरसाइकिल गिरी है तो वो एक आदमी ने पिस्टल निकाला है और ये जो मेरा साथी था इकराम जो कत्ल हुआ है वो गिर गया, और जब वो उठा है तो इसने सीधा उसके सर पे रख के फायर मार दिया है। और मैंने कहा आपसे कुछ कहा? उसने कहा मेरे साथ कुछ नहीं कहा। सही। ना मुझे कोई बात की है, ना उससे उसने कोई बात की है, आकर रोका है, गिरा दिया है, जब उठे हैं तो फायर मार दिया है। अच्छा। फायर मार कर वो दूसरी मोटरसाइकिल पे बैठ कर वो फरार हो गया। और फायर भी माथे पर लगा है? बिल्कुल, सर पे ऊपर रख के मारा उसको। ऊपर रख के। इसमें वो नफरत का एलिमेंट होता है क्योंकि डकैती मजामत में तो फायर फिर ये सर पे। मैं इससे मुझे ये इस बात का अंदाज़ा हो गया कि ये तो टारगेट किया गया है, इसको वारदात नहीं। अगर वारदात होती तो मजामत होती, मजामत में इसको भी कुछ कहते, कुछ लेकर जाते। सही। या उसकी टांगों में या उसके पेट में कहीं ना कहीं गोली आपको हमेशा नीचे फायर मार। बिल्कुल ऐसे। बहुत कम है कुदरती तौर पे उनका फायर सर के ऊपर लग जाए या चेहरे के ऊपर लग जाए, अदरवाइज वो पाँव में फायर मार। और लेके भी कुछ नहीं गए? लेके भी कुछ नहीं। सही है। वो डकैती मजामत से तो आपने तफ्तीश को हटा दिया। वो चीज़ ख़त्म हो गई, उनके घर वाले आए, उनको भी हमने समझाया, वो उन्होंने हमारी बात मान ली। पहले वो भी डकैती मजामत ही कह पहले वो रहे थे? भी मजमा काफ़ी जमा हो चुका था, लोग काफ़ी थे, तो लोगों का ये नज़रिया था कि ये डकैती विद मर्डर हुआ है। सही। तो हमारे अफसरान भी इस बात पे, क्योंकि वो रोड पे हुआ है ना, रात 7:30 पौने 8 बजे का टाइम था, रोड पे हुआ था, रोड पे अक्सर वारदात हो जाती है। बिल्कुल। अगर किसी ने वो ख्यालात ठीक थे कि अगर किसी ने टारगेट ही करना था वो घर पे कर लेता, गांव में कर लेता, किसी और शॉप जगह पे कर भी। लेता। बिल्कुल। ये इस रोड पे अकेले आकर उसने क्यों टारगेट करना था? सही। ये शक में तो बात जाती थी, लेकिन हमें इस बात पे यकीन था कि डाकू कुछ ना कुछ तो लेकर जाते, कोई बात तो करते, दूसरे के कुछ मोबाइल छीनते, कोई पैसे छीनते, कोई चीज़ तो छीनते। लेकिन फौरी तौर पे गोली मार दी। फौरी तौर पे गोली मारना नहीं बनता डाकू। ਸਹੀ। ਇੱਕ ਤੇ ਉਹਨੂੰ ਕਤਲ ਕਰਤਾ ਆਪਣੇ ਭਰਾ ਨੂੰ, ਵੱਡੇ ਭਰਾ ਨੂੰ। ਵੱਡਾ ਭਰਾ ਪਿਓਵਾਂ ਬਜਾ ਹੁੰਦਾ ਹਾਂਜੀ। ਤੇ ਉਹਨੂੰ ਮਾਰਤਾ ਹੀ, ਫਿਰ ਉੱਥੇ ਵੀ ਚਲਾ ਗਿਆ, ਕਬਰ ਵੀ ਆਪ ਬਣਾਈ ਹੋ, ਹਾਂਜੀ। ਜਨਾਜ਼ਾ ਵੀ ਪੜਿਆ। ਹਾਂਜੀ। ਕੋਈ ਉਸ ਟਾਈਮ ਪਰੇਸ਼ਾਨੀ, ਨਹੀਂ। ਕੋਈ ਡਰ, ਕੋਈ ਤਕਲੀਫ ਕੁਛ ਨਹੀਂ ਕਿਸੇ ਸ਼ੈ ਦੇ ਨਹੀਂ? ਹਾਂਜੀ। ਮੈਂ ਪੁਲਿਸ ਦਾ ਖੌਫ ਸੀ ਕਿ ਫੜਿਆ ਜਾਵਾਂਗਾ? ਨਹੀਂ, ਮੈਨੂੰ ਕਿਸੇ ਦਾ ਨਹੀਂ ਸੀ ਖੌਫ। ਹਾਂ। ਮੈਂ ਆਪ ਗ੍ਰਿਫਤਾਰ ਹੋਇਆ, ਮੇਰੀ ਜਿਹੜੀ ਸਜ਼ਾ ਬਣਦੀ ਉਹ ਮੈਂ ਭੁਗਤਣ ਵਾਸਤੇ ਆਇਆ। ਤੇ ਉਹ ਬੰਦੇ ਨੇ ਤੈਨੂੰ ਵੇਖ ਨਹੀਂ ਲਿਆ ਸੀ ਤੇ ਫਿਰ ਤੂੰ ਕਿਉਂ ਨਹੀਂ ਫੜਿਆ ਗਿਆ?
ਉਹ ਬੰਦੇ ਨੇ ਮੈਨੂੰ ਵੇਖ ਲਿਆ ਸੀ ਜਾਂ ਮੈਨੂੰ ਪਹਿਚਾਨਿਆ ਨਹੀਂ ਸੀ, ਇਹ ਨਹੀਂ ਪਤਾ। ਮੈਂ ਉਦੋਂ ਕਹਿ ਕੇ ਉਹਨੂੰ ਮਸਲਨ ਕਹਿੰਦੇ ਨੇ ਇੱਕ ਦੋ, ਉਹਨੂੰ ਮੈਂ ਜਦੋਂ ਕਿਹਾ ਕਿ ਇੱਥੇ ਖੜਾ ਹੋਇਆ, ਉਸ ਤੋਂ ਬਾਅਦ ਉਹਨੂੰ ਤੇ ਰੋਂਦੇ ਵੀ ਰਹੇ ਭੈਣ ਭਰਾ ਤੇਰੇ ਗੱਲੇ ਲੱਗ ਕੇ ਕਿ ਭਰਾ ਮਾਰਤਾ ਸਾਡਾ ਕਿਸੇ ਨਹੀਂ, ਮੈਂ ਘਰ ਗਿਆ ਹੀ ਨਹੀਂ ਸਾਂ। ਓਏ ਉੱਥੇ ਜਨਾਜ਼ਾ ਪੜ੍ਹੇ, ਜਨਾਜ਼ਾ ਕਬਰ ਵੀ ਪੜ੍ਹਿਆ, ਬਣਾਈ ਉੱਥੇ ਹੈ। ਮੈਂ ਭਰਾ ਕਿਸੇ ਨੂੰ ਨਹੀਂ, ਦੋਸਤ ਮੇਰੇ ਮਿਲੇ ਨੇ, ਉਹਨਾਂ ਨੇ ਮੈਨੂੰ ਅੱਲਾ ਦਾ ਕੰਮ ਕਿਹਾ, ਮੈਂ ਕਿਹਾ ਮੰਨ ਲਿਆ, ਬਸ ਇਸ ਤਰ੍ਹਾਂ ਮੇਰਾ ਟਾਈਮ ਲੰਘਿਆ। ਮੰਨ ਲਿਆ। ਤੇ ਉਹਨਾਂ ਨੂੰ ਦੱਸਿਆ ਨਹੀਂ ਕਿ ਮੈਂ ਹੀ ਕਤਲ ਕੀਤਾ? ਨਹੀਂ, ਉਦੋਂ ਨਹੀਂ ਮੈਂ ਦੱਸਿਆ। ਅੱਛਾ। ਮੈਂ ਆਪਣੇ ਜ਼ਮੀਨ ਨਾਲ ਸੌਦਾ ਕਰਕੇ ਗੱਲ ਕਰਕੇ ਮੈਂ ਕਿਹਾ ਯਾਰ ਕਿਹੜੀ ਮੇਰੀ ਦੁਨੀਆ ਦੀ ਸਜ਼ਾ ਹੈ, ਮੈਂ ਇੱਥੇ ਭੁਗਤ ਕੇ ਜਾਣੀ ਹੈ, ਇਸ ਵਜ੍ਹਾ ਤੋਂ ਮੈਂ ਗ੍ਰਿਫਤਾਰ ਹੋ ਗਿਆ। ਇਹਦੀ ਜਿਹੜੀ ਸਜ਼ਾ ਬਣਦੀ ਮੈਨੂੰ ਜੱਜ ਲਾ ਦੇਗਾ। ਅੱਛਾ, ਅਗਲੇ ਦਿਨ ਕੀ ਕੀਤਾ ਜੀ? ਉਹ ਤੇ ਨਮਾਜ਼ੇ ਜਨਾਜ਼ਾ ਕਬਰਸਤਾਨ ਕੁੱਲਾਂ ਦੇ ਗਿਆ, ਮੈਂ ਦਾਣੇ ਲੈ ਕੇ ਆਇਆ ਨਾਲ ਕਜ਼ਨ ਦੇ ਆਪਣੇ ਜਾ ਕੇ ਕੁੱਲਾਂ ਦੇ, ਮੈਂ ਕੁਰਾਨ ਖਾਨੀ ਵੀ ਕੀਤੀ ਹੈ। ਕੁਰਾਨ ਖਾਨੀ ਵੀ ਕੀਤੀ? ਹਾਂਜੀ। ਓਏ ਹੋਏ ਹੋਏ। ਕੁਰਾਨ ਪੜ੍ਹਨਾ ਆਉਂਦਾ ਹੈ? ਹਾਂਜੀ। ਤੇ ਉਹ ਅੱਲਾਹ ਪਾਕ ਹੁਕਮ ਫਰਮਾਂਦਾ ਹੈ ਕਿ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ, ਪਤਾ ਹੈ? ਹਾਂਜੀ ਪਤਾ। ਤੇ ਤੂੰ ਫੇਰ ਵੀ ਕਰਤਾ, ਆਪਣੇ ਭਰਾ ਦਾ ਹੀ ਕਤਲ ਕਰਤਾ ਵੱਡੇ ਦਾ? ਹਾਂਜੀ, ਉਹਦੀ ਮੈਂ ਸਜ਼ਾ ਕੱਟਣ ਵਾਸਤੇ ਆ ਗਿਆ ਜਨਾਬ। ਹੈ? ਉਹਦੀ ਸਜ਼ਾ ਭੁਗਤਣ ਵਾਸਤੇ ਆ ਗਿਆ, ਮੈਂ ਗ੍ਰਿਫਤਾਰ ਹੋ ਗਿਆ। ਅੱਛਾ। ਉਹ ਸਾਹਿਬ ਦੇ ਮੈਂ ਪੇਸ਼ ਹੋਇਆ, ਉਹਨਾਂ ਨੇ ਮੈਂ ਕਿਹਾ ਜਨਾਬ ਮੇਰੀ ਜਿਹੜੀ ਸਜ਼ਾ ਹੈ ਇਸ ਦੁਨੀਆ ਦੇ ਮੈਂ ਭੁਗਤ ਕੇ ਜਾਵਾਂਗਾ ਇਨਸ਼ਾਅੱਲਾ। ਭੁਗਤ ਕੇ ਜਾਏਗਾ? ਹਾਂਜੀ। ਤੇ ਆਖਰਤ ਚ ਨਹੀਂ ਭੁਗਤੇਗਾ ਇਹ ਸਜ਼ਾ? ਉਹ ਮੇਰਾ ਅੱਲਾ ਜਾਣਦਾ, ਜਾਂ ਮੈਂ ਜਾਣਨਾ ਜਾਂ ਉਹ ਜਾਣਦਾ। ਅੱਲਾ ਦੇ ਅੱਗੇ ਜਾਂ ਮੈਂ ਸੁਰਖਰੂ ਹੋਵਾਂਗਾ ਜਾਂ ਉਹ ਹੋਵੇਗਾ। ਮੁਤਮਈਨ ਹੈ ਕਤਲ ਕਰਕੇ? ਹਾਂਜੀ। ਕੋਈ ਪਰੇਸ਼ਾਨੀ, ਕੋਈ ਪਛਤਾਵਾ, ਕੋਈ ਤਕਲੀਫ ਕਿਸੇ ਸ਼ੈ ਦੀ ਕਿ ਗਲਤ ਹੋ ਗਿਆ, ਨਹੀਂ ਹੋਣਾ ਚਾਹੀਦਾ ਸੀ, ਕੋਈ ਹੈਗੀ ਸੀ, ਕੋਈ ਆਪਸ਼ਨ ਹੈਗਾ ਸੀ ਇਹਦੇ ਤੋਂ ਇਲਾਵਾ ਜ਼ਿੰਦਗੀ ਗੁਜ਼ਾਰਨ ਦਾ? नहीं है? बस जड़ी सजा है मैं इंशाल्लाह कटांगा। क्या करता था इकराम? वो अपना उसका कारोबार था ये जूते वगैरह का, और मुख्तलिफ किस्म के उसने मोबाइल शॉप भी थी? मोबाइल शॉप भी थी। वो कारखाने उसने भाइयों को करवाए हुए थे, और ख़ुद वो मैकेनिक था, मोबाइल की रिपेयरिंग करता था। सही। वहाँ भी वो टाइम गुजारता था। तो फिर मैंने उनसे पूछा कि ये क्यों फिर किसी ने इसको मारा? अगर इसका किसी के साथ कोई अदावत नहीं है, दुश्मनी नहीं है, किसी से लेन देन नहीं है, किसी के साथ झगड़ा नहीं है, फिर किसने मारा है इसको? वो घर वाले तो शायद उनको पहले शक होगा या पता होगा, लेकिन उन्होंने हमें कोई बात नहीं बताई। तो फिर मुझे सबसे पहले मैंने उनसे ये पूछा कि इसकी शादी कहाँ हुई है? सही। तो उन्होंने कहा जी इसने शादी खुद की है। मैंने कहा यहाँ आकर क्यों रहता था, ये आप लोगों के साथ कसूर में क्यों नहीं रहता था? फिर उन्होंने मुझे बताया कि इसने लव मैरिज की है, ये हमें छोड़कर इधर आ गया था। सही। तो फिर मैंने जब पता किया कि इसकी शादी एक बलोच फैमिली में हुई है, तो ये अंसारी थे। उस वक्त मेरा शक सबसे पहले इनके ससुराल पे गया। सही। जब मैंने इनके ससुराल के पीछे वो इंटरोगेट किया, उसके सालों का रिकॉर्ड और उसकी फैमिली का रिकॉर्ड सारा चेक किया, उनकी CDR वगैरह ली, वो हमें उसमें से कुछ चीज़ अभी नहीं मिली थी। तो हमें ये कहीं से इतला मिली कि आप इसके भाइयों को चेक करें। सही। इसके भाई मंशियात का भी करते हैं, नशई भी हैं, और चंद दिन पहले लड़ाई झगड़ा भी हुआ है। सही है। तो फिर हमने उस तरफ थोड़ी सी तवज्जो दी। जब पूछताछ शुरू की तो ये इसको पता चल गया, ये आगे पीछे होने लगा। तो फिर जब हम पहले 2-3 दिन हमने उनके भाइयों के साथ बात नहीं की, तो वो गम में थे सब। अगर हम डायरेक्ट उनसे बात करके आपका भाई ये है, तो शायद वो इस वक्त ये बात ना मानते। सही। लेकिन जब हमने इसका दायरा तंग किया तो ये ऐसा ऐसा इसको इस बात का पता चल गया। इमरान? हाँ जी। सही। कि मैं पकड़ा जाऊंगा। तो हमें ये भी इतला मिल गई कि इसके पास पिस्टल था, इसने पिस्टल रखा हुआ था। ठीक है। पकड़े। ठीक है। तो जब हम इसको पकड़ने गए तो ये भागने लगा, तो उसके भाइयों को हमने कॉल की, उन्होंने इसको एक कमरे में रोका, फिर हमने इसको पकड़ा। हमारे डिप्टी साहब भी गए, तकरीबन रात 2-2:30 बजे गए। फिर हमने इसको पकड़ा, जब पकड़ कर थाना में लाए तो इंटरोगेट किया। तो पहले तो ये बातें करने लगा, मैं वारदात करने लगा था, ऐसे ऐसे हुआ, मैं नहीं जानता था वो कौन है। मैंने किसी दूसरे मोटरसाइकिल वाले को रोका, उसकी गन पॉइंट पे उसको लेकर गया। आगे ये 2 बंदे खड़े थे, इनके पास पिस्टल था, इन्होंने फायर मारने की कोशिश की, लेकिन मैंने उनको फायर मार दिया। अच्छा, मतलब घुमाता रहा है आपको पकड़े जाने के बाद? हाँ जी। फिर ये 2-3 घंटे बाद जब इसको हमने सही तरह से किया इंटरोगेट, तो फिर इसने बताया कि मैं आप असल बात बताता हूँ। ਐਂਜੀ ਲੋਕ ਆਪਣੇ ਛੋਟੇ ਭਰਾ ਵੱਡੇ ਭਰਾਵਾਂ ਨੂੰ ਕਤਲ ਕਰਦੇ ਰਹਿਣ, ਦੁਨੀਆ ਤੈਨੂੰ ਵੇਖ ਰਹੀ ਹੈ, ਕੋਈ ਗੱਲ ਦੱਸ ਦੇ। ਤੇਰੀ ਤਰ੍ਹਾਂ ਦੇ ਹੋਰ ਵੀ ਤੇ ਹੋਣੇ ਆ ਨਾ ਨਸ਼ਈ, ਜਿਹੜੇ ਸਮਝਦੇ ਆ ਕਿ ਉਹ ਤਰੱਕੀ ਕਰ ਗਿਆ, ਮੈਂ ਕਿਉਂ ਪਿੱਛੇ ਰਹਿ ਗਿਆ, ਤੇ ਭਰਾਵਾਂ ਨੂੰ ਕਤਲ ਕਰਨ, ਵੱਡੇ ਭਰਾਵਾਂ ਨੂੰ ਮੈਸੇਜ ਦੇ ਲੋਕਾਂ ਨੂੰ ਦੱਸ। ਨਹੀਂ ਕਿਹੜੇ ਸਾਬੇ ਸੀਅਤ ਨੇ ਉਹ ਛੋਟਿਆਂ ਦਾ ਅਹਿਸਾਸ ਕਰਨ, ਉਹਨਾਂ ਨੂੰ ਸਮਝਣ। ਤੇ ਸਾਸ ਕੀ ਕਰੇ? ਉਹ ਤੈਨੂੰ ਕਾਰੋਬਾਰ ਕਰਾ ਕੇ ਦੇ ਰਿਹਾ, ਤੈਨੂੰ ਕਹਿ ਰਿਹਾ ਮੈਂ ਤੈਨੂੰ ਘਰ ਲੈ ਕੇ ਦੇਣਾ, ਹੋਰ ਕੀ ਕਰੇ ਸਾਸ? 4 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਕਾਰੋਬਾਰ ਕਰਵਾਇਆ ਸੀ, ਉਹਨੇ ਕਾਰੋਬਾਰ ਦੇ ਪੈਸੇ ਕੱਢ ਕੇ ਜਿਹੜਾ ਮੇਰਾ ਲੈਣਾ ਦੇਣਾ ਸੀ, ਬੜੀਆਂ ਗੰਦੀਆਂ ਗਾਲਾਂ ਕੱਢ ਕੇ ਉਹਨੇ ਮੈਨੂੰ ਮੇਰੇ ਕੋਲੋਂ ਲਿਆ ਸੀ।
ਉਹ ਜ਼ਿੰਦਾ ਲੋਕ ਗਵਾਹ ਨੇ ਜਾਂ ਮੇਰਾ ਅੱਲਾ ਗਵਾਹ ਹੈ। ਤੇ ਉਹਨਾਂ ਦਾ ਜਦੋਂ ਮੈਂ ਰੁਪਈਆ ਜਿਹੜਾ ਦੇਣਾ ਸੀ, ਮੈਂ ਜਦੋਂ ਕਿਹਾ ਸੀ- ਨਸ਼ੇ 'ਚ ਕੋਈ ਜ਼ਿੰਦਗੀ ਗੁਜ਼ਾਰ ਦਿੰਦਾ ਹੈ, 37 ਸਾਲ ਤੇਰੀ ਉਮਰ ਹੋ ਗਈ ਹੈ, ਹਾਂਜੀ। ਜਦੋਂ ਉਹ ਆਪਣੇ ਘਰ ਵਾਲਿਆਂ ਦੀ ਬਦਨਾਮੀ ਦਾ ਬਾਇਸ ਬਣਦਾ ਹੈ, ਉਹਨੂੰ ਫੁੱਲਾਂ ਦੇ ਹਾਰ ਪਾਣੇ ਚਾਹੀਦੇ ਹੈ ਕਿ ਗਾਲਾਂ ਗੋਲਾਂ ਕੱਢਣੀਆਂ ਚਾਹੀਦੀਆਂ? ਦੱਸ। ਜਦੋਂ ਸੱਕੀ ਮਾਂ ਨਾਲ ਜ਼ੁਲਮ ਹੋਇਆ ਹੋਵੇ ਬੰਦਾ, ਉਦੋਂ ਕੀ ਕਰੇਗਾ? ਹੁਣ ਤੇ ਉਹ ਵਿੱਚੋਂ ਕਿੱਸਾ ਹੀ ਖਤਮ ਕਰਤਾ ਤੂੰ ਸਗੀ ਮਾਂ ਨਾਲ। ਤੂੰ ਤੇ ਐਂਡ ਤੇ ਘਰ ਦਾ ਮੁਤਾਲਬਾ ਕਰ ਰਹੇ ਆ। ਕਤਲ ਦੇ ਵਿੱਚ ਸਗੀ ਮਾਂ ਤੇ ਖਤਮ ਹੋ ਗਈ ਹੈ, 17 ਸਾਲ ਪਹਿਲੇ ਦੀ ਗੱਲ ਹੈ ਉਹ ਤੇ। ਹਾਂਜੀ, ਉਹੀ ਮੇਰੀ ਮਾਂ ਮੈਨੂੰ ਖਾਬ 'ਚ ਮਿਲਦੀ ਸੀ। ਅੱਛਾ, ਮਾਂ ਨੇ ਹੁਕਮ ਦਿੱਤਾ ਖਾਬ 'ਚ ਆ ਕੇ ਹਾਂਜੀ। ਕਤਲ ਕਰਨਾ ਹੈ? ਹਾਂਜੀ, ਕੁਛ ਦੇ ਹੋਰ ਵੀ ਕੰਮ ਮੈਂ ਨਹੀਂ ਦੱਸਣਾ ਚਾਹੁੰਦਾ ਕਿ ਮੇਰਾ ਕੋਈ ਘਰ ਬਰਬਾਦ ਹੋਵੇ ਮੇਰੇ ਰਿਸ਼ਤੇਦਾਰਾਂ ਦਾ। ਮੈਂ ਉਹ ਲਿਆਦਾ ਚਾਹੁੰਦਾ ਕਿ ਮੈਂ ਇਹਦੀ ਸਜ਼ਾ ਕਟਾਂਗਾ ਇਨਸ਼ਾਅੱਲਾ, ਜਿਹੜੀ ਮੇਰੀ ਬਣਦੀ ਹੈ, ਚਾਹੇ ਕੁਛ ਵੀ ਹੈ। ਮੇਰਾ ਅੱਲਾ ਮੇਰੇ ਨਾਲ ਹੈ, ਮੈਂ ਉਹਦੇ 'ਤੇ ਯਕੀਨ ਕਰਨਾ। ਮੈਂ ਜੋ ਕੀਤਾ ਹੈ ਮੈਨੂੰ ਉਹਦਾ ਕੋਈ ਪਛਤਾਵਾ ਨਹੀਂ। ਮੈਂ ਮਰ ਵੀ ਜਾਵਾਂਗਾ, ਸਜ਼ਾ ਵੀ ਕੱਟ ਲਾਂਗਾ, ਅੱਲਾ ਦੀ ਬਾਰਗਾਹ 'ਚ ਜਾਵਾਂਗਾ। ਇਹ ਨਹੀਂ ਮੈਂ ਕਹਿੰਦਾ ਕਿ ਮੈਂ ਸੁਰਖਰੂ ਹੋਵਾਂਗਾ ਜਾਂ ਉਹ ਸੁਰਖਰੂ ਹੋਵੇਗਾ। ਇਹ ਮੇਰਾ ਅੱਲਾ ਹੀ ਪਤਾ, ਮੇਰੇ ਅੱਲਾ ਨੂੰ ਹੀ ਪਤਾ ਹੈ। ਪੱਕਾ ਹੈ, ਮੁਤਮਈਨ ਹੈ, ਹਾਂਜੀ ਹਰ ਤਰ੍ਹਾਂ ਤੋਂ ਮੁਤਮਈਨ ਹੈ ਤੂੰ। ਹਾਂਜੀ। ਤੇਰਾ ਕੀ ਨਾਂ ਹੈ? ਮੁਹੰਮਦ ਬਿਲਾਲ। ਕੀ ਕਰਨਾ ਹੈ? ਜੁੱਤੀਆਂ ਦਾ ਕੰਮ ਕਰ। ਕਿੱਥੇ? ਮਰਾਦ ਦੇ ਕੋਲ। ਇਹਦੇ ਨਾਲ ਹੀ? ਨਹੀਂ, ਇਹ ਕਿੱਥੋਂ ਦੋਸਤ ਬਣਿਆ ਤੇਰਾ? ਇਹ ਵੀ ਜੁੱਤੀਆਂ ਦੇ ਕੰਮ 'ਚ ਬਣਿਆ ਸੀ। ਕਦੋਂ ਤੋਂ? ਇਹ 4-5 ਸਾਲ ਤੋਂ ਬਣਿਆ ਹੈ। 4-5 ਸਾਲ ਪਹਿਲੇ? ਹਾਂਜੀ। ਫਿਰ ਦੋਸਤੀ ਗਹਿਰੀ ਹੋ ਗਈ ਬਾਬਾ? ਨਹੀਂ, ਕਦੀ ਕਦੀ ਮੈਨੂੰ ਮਿਲਦਾ ਹੁੰਦਾ ਸੀ, ਜਦੋਂ ਕਿਤੇ ਮਿਲਦਾ ਸੀ ਬਸ ਇਸ ਤਰ੍ਹਾਂ ਹੀ ਫੋਨ ਕਰਕੇ। ਤੂੰ ਵੀ ਨਸ਼ਾ ਕਰਨਾ ਹੈ? ਨਹੀਂ, ਮੈਂ ਕਿਸੇ ਕਿਸਮ ਦਾ ਨਹੀਂ ਨਸ਼ਾ ਤੇ ਕਰਦਾ। ਨਸ਼ਈ ਦਾ ਦੋਸਤ ਕਿੰਜ ਬਣ ਗਿਆ ਤੂੰ? ਇਹ ਜੁੱਤੀਆਂ ਦੇ ਕੰਮ 'ਚ ਜੁੱਤੀਆਂ ਇਕੱਠੇ ਬਣਾਏ ਰਹੇ, ਤਦ ਬਣਿਆ ਸੀ ਮੇਰਾ ਦੋਸਤ। ਅੱਛਾ, ਹਾਂਜੀ। ਫਿਰ ਕਿੱਥੇ ਮੁਲਾਕਾਤ ਹੁੰਦੀ ਸੀ ਤੇਰੀ ਇਹਦੀ? ਇਸ ਤਰ੍ਹਾਂ ਹੀ ਫੋਨ ਤੇ ਕਦੀ ਕਦੀ ਮੈਨੂੰ ਮਿਲਦਾ ਹੁੰਦਾ ਸੀ ਬਸ। ਅੱਛਾ, ਕੀ ਕਹਿੰਦਾ ਸੀ ਮਿਲ ਕੇ? ਬਸ ਇਹੋ ਹੀ ਕੋਈ ਝੱਟ ਬਹਿ ਕੇ ਕੰਮ ਕੁੰਮ ਦਾ, ਹਾਂ ਕੰਮ ਦਾ ਕੀ ਹਾਲ ਹੈ, ਕਿੱਥੇ ਕਰਨਾ ਹੈ, ਹੁਣ ਕੀ ਸਹੀ ਕਰਨਾ ਹੈ ਕਿ ਨਹੀਂ ਕਰਦਾ, ਬਸ ਇਹੋ ਹੀ ਪੁੱਛਦਾ ਹੁੰਦਾ ਸੀ ਬਸ। ਭਰਾ ਦੀਆਂ ਗੱਲਾਂ ਦੱਸਦਾ ਸੀ, ਮੇਰਾ ਭਰਾ ਇੰਜ ਦਾ ਉਂਝ ਨਹੀਂ, ਦਾ? ਮੈਨੂੰ ਇਹਨੇ ਕੋਈ ਗੱਲ ਨਹੀਂ ਦੱਸੀ ਇਹਨੇ। ਅੱਛਾ, ਹਾਂਜੀ। ਤੇ ਫਿਰ ਕਤਲ ਤੂੰ ਨਾਲ ਫਿਰ ਮਿਲ ਕੇ ਇਹਦੇ ਕੀਤੀ? ਨਹੀਂ ਨਹੀਂ, ਮੈਨੂੰ ਇਹਨੇ ਕੁਝ ਵੀ ਨਹੀਂ ਦੱਸਿਆ ਸੀ। ਹਾਂ। ਇਹਨੇ ਮੈਨੂੰ ਫੋਨ ਕਰਕੇ ਬੁਲਾਇਆ, ਪਿੰਡ ਜਾਣਾ, ਮੈਂ ਪੈਸੇ ਲੈਣੇ, ਉੱਥੋਂ ਮੇਰੇ ਨਾਲ ਚੱਲ, ਤੇ ਮੈਂ ਆ ਗਿਆ। ਅੱਛਾ। ਤੇ ਫਿਰ ਬਾਰੋ ਬਾਰ ਨਾ ਇਹਨੇ ਸਟੀਲ ਬਾਗ ਗਏ, ਅਸੀਂ ਇਹਨੇ ਕਿਹਾ ਚੱਲ ਸਟੀਲ ਬਾਗ ਚੱਲ। ਉੱਥੇ ਗਏ, ਉੱਥੋਂ ਇਹਨੇ ਗਿਆ ਇਧਰੋਂ ਬਾਈਪਾਸ ਥਾਣੀ ਕੱਢ ਲਿਆ ਮੋਟਰਸਾਈਕਲ, ਹੌਲੀ ਹੌਲੀ ਲਗਾ ਚੱਲ। ਅੱਛਾ। ਤੇ ਅਸੀਂ ਹੌਲੀ ਹੌਲੀ ਲੱਗੇ ਗਏ। ਤੇ ਉੱਥੇ ਅਸੀਂ ਨਾ ਰਸਤੇ 'ਚ ਹੋਟਲ ਆਇਆ, ਤੇ ਇਹਨੇ ਕਿਹਾ ਇੱਥੇ ਰੋਟੀ ਖਾ ਲਈਏ। ਮੈਨੂੰ ਇਹ ਨਹੀਂ ਖਾਣੀ, ਇਹਨੇ ਇਹ ਨਹੀਂ ਥੋੜੀ ਥੋੜੀ ਖਾ ਲਈਏ। ਠੀਕ ਹੈ। ਤੇ ਇਹਨੇ ਰੋਟੀ ਕਹਿ ਦਿੱਤੀ, ਤੇ ਉਹਨੇ ਰੋਟੀ ਲਾ ਦਿੱਤੀ, ਤੇ ਅਸੀਂ ਰੋਟੀ ਥੋੜੀ ਥੋੜੀ ਖਾਧੀ, 2 ਰੋਟੀਆਂ ਹੀ ਖਾਧੀਆਂ ਬਸ। ਅੱਛਾ। ਇਹਨੇ ਚਾਹ ਵੀ ਉਹਨੂੰ ਕਹਿ ਦਿੱਤੀ, ਤੇ ਚਾਹ ਪੀਨੇ ਪੈ ਹਈਏ, ਇਹਨੇ ਪੀ ਲਈ ਸੀ, ਮੈਂ ਪੀਣਾ ਪਿਆ ਹਈਏ, ਮੇਰੀ ਅੱਧੀ ਚਾਹ ਆਈ ਰਹਿੰਦੀ ਸੀ। ਹਾਂ। ਤੇ ਇਹਨੇ ਕਿਹਾ ਚਾਹ ਜਲਦੀ ਨਾਲ ਪੀ ਚੱਲੀਏ। ਤੇ ਮੈਂ ਚਾਹ ਪੀ ਲਈ, ਤੇ ਇਹਨੇ ਕਿਹਾ ਚੱਲ ਮੋਟਰਸਾਈਕਲ ਫੜ ਟੋਰੇਗਾ, ਤੇ ਮੈਂ ਮੋਟਰਸਾਈਕਲ ਫੜ ਲਈ, ਤੇ ਇਹਨੇ ਕਿਹਾ ਚੱਲ ਹੁਣ ਭੇਲ ਚੱਲ। ਕਿੱਧਰ? ਇਹਨੇ ਕਿਹਾ ਹੁਣ ਮੋਟਰਸਾਈਕਲ ਭੇਲ ਜਾ, ਜਲਦੀ ਚਲਾਈ ਜਾ, ਜਲਦੀ ਚਲਾ। ਹਾਂ ਜਲਦੀ, ਠੀਕ ਹੈ। ਜਲਦੀ ਚਲਾ। ਪੇਲ? ਹਾਂਜੀ। ਹਾਂ। ਤੇ ਮੋਟਰਸਾਈਕਲ ਮੈਂ ਨਾ ਭੇਲ ਗਿਆ, ਤੇ ਪੇਲ ਜਾ। ਜਲਦੀ ਚਲਾ। ਹਾਂ, ਉਹਨੂੰ ਹਾਂਜੀ। ਪੰਜਾਬੀ ਚ ਕੀ ਕਿਹਾ ਤੁਸੀਂ? ਭਜਾਈ ਜਾ। ਭਜਾਈ ਜਾ। ਅੱਛਾ, ਹਾਂਜੀ। ਠੀਕ ਹੈ। ਤੇ ਮੈਂ ਭੇਲ ਗਿਆ ਮੋਟਰਸਾਈਕਲ, ਅੱਗੇ ਜਾ ਕੇ ਇੱਕ ਰਸਤਾ ਮੁੜਿਆ ਸੱਜੇ ਹੱਥ ਵੱਲ, ਤੇ ਇਹਨੇ ਕਿਹਾ ਇੱਧਰ ਨੂੰ ਮੋੜ ਲੈ, ਤੇ ਮੈਂ ਉਧਰ ਨੂੰ ਮੋੜ ਲਈ, ਤੇ ਇਹਨੇ ਕਿਹਾ ਚੱਲ ਠੀਕ ਲਈ ਆ। ਅੱਗੇ ਜਾ ਕੇ ਇੱਕ ਮੋਟਰਸਾਈਕਲ ਕੱਲੀ ਜਾਂਦੀ ਪਈ ਸੀ, ਇਹਨੇ ਪਿਸਟਲ ਕੱਢ ਲਿਆ। ਇਹਨੇ ਕੱਲੀ ਜਾ ਰਹੀ ਸੀ? ਹਾਂਜੀ। 2 ਬੰਦੇ ਨਹੀਂ ਬੈਠੇ ਸੀ ਉਹਦੇ? ਮੋਟਰਸਾਈਕਲ ਸੀ ਨਾ, ਇੱਕ ਮੋਟਰਸਾਈਕਲ ਕੱਲੀ ਸੀ। ਅੱਛਾ। ਹਾਂਜੀ, ਬੰਦੇ 2 ਬੈਠੇ ਹੁੰਦੇ ਸੀ। ਠੀਕ ਹੈ। ਤੇ ਇਹਨੇ ਕਿਹਾ ਮੋਟਰਸਾਈਕਲ ਅੱਗੇ ਕਰ ਦੇ, ਨਹੀਂ ਮੈਂ ਤੈਨੂੰ ਫੈਰ ਮਾਰ ਦਿਆਂਗਾ। ਤੈਨੂੰ ਕਿਹਾ? ਹਾਂਜੀ। ਤੇ- ਇਹਨੇ ਪਿਸਟਲ ਕੱਢ ਲਿਆ ਸੀ ਪਿੱਛੇ। ਅੱਛਾ। ਥੋੜਾ ਬੰਦੇ ਨਾਲ ਪਿੱਛੇ ਇਹਨੇ ਪਿਸਟਲ। ਤੈਨੂੰ ਪਤਾ ਸੀ ਇਹਦੇ ਕੋਲ ਪਿਸਤੌਲ ਹੁੰਦਾ? ਮੈਨੂੰ ਨਹੀਂ ਸੀ ਪਤਾ ਹੈਗਾ। ਹਾਂ। ਮੈਨੂੰ ਨਹੀਂ ਸੀ ਪਤਾ। ਤੇ ਤੂੰ ਕੋਈ ਸਵਾਲ ਜਵਾਬ ਨਹੀਂ ਕੀਤਾ ਉਸ ਟਾਈਮ ਨਹੀਂ, ਕਿ ਕਿਉਂ ਮਾਰ ਦੇਂਗਾ, ਕੀ ਹੋਇਆ ਹੈ? ਮੈਂ ਡਰ ਹੀ ਬੜਾ ਗਿਆ ਹੈ ਜਦੋਂ ਪਿਸਟਲ ਕੱਢਿਆ। ਅੱਛਾ। ਤੇ ਉਹ ਬਿਲਕੁਲ ਹੌਲੀ ਹੌਲੀ ਜਾਂਦੇ ਪਏ ਸੀ, ਤੇ ਮੋਟਰਸਾਈਕਲ ਮੈਂ ਬਰਾਬਰ ਤੇ ਕਰਕੇ ਮਾਰੀ ਮੱਗੇ ਕੀਤੀ, ਤੇ ਮੇਰੀ ਮੋਟਰਸਾਈਕਲ ਵੀ ਡਿੱਗ ਪਈ, ਤੇ ਉਹਨਾਂ ਨੇ ਵੀ ਡਿੱਗ ਪਈ ਮੋਟਰਸਾਈਕਲ। ਅੱਛਾ। ਕੀ ਕਰਦੇ ਨਾ ਇਹਨੇ ਉਹਨੂੰ ਫੈਰ ਮਾਰ ਦਿੱਤਾ। ਮਾਰਤੀ ਗੋਲੀ? ਹਾਂਜੀ। ਅੱਛਾ। ਬਾਅਦ 'ਚ ਮੇਰੇ ਕੋਲ ਮੋਟਰਸਾਈਕਲ ਨਹੀਂ ਚੱਲੀ, ਇਹਨੇ ਕਿਹਾ ਜੇ ਤੂੰ ਮੋਟਰਸਾਈਕਲ ਨਾ ਚਲਾਈ ਤੇ ਮੈਂ ਤੈਨੂੰ ਵੀ ਫੈਰ ਮਾਰ ਕੇ ਛੱਡ ਦਿਆਂ ਇੱਥੇ। ਠੀਕ ਹੈ। ਤੇ ਫਿਰ ਮੈਂ ਮੋਟਰਸਾਈਕਲ ਨਾਲ ਡਰਦਾ ਮੈਂ ਮੋਟਰਸਾਈਕਲ ਚਲਾਈ ਗਿਆ ਹੌਲੀ ਹੌਲੀ। ਚਲਾਈ ਗਿਆ? ਹਾਂਜੀ। ਫਿਰ ਕਿੱਥੇ ਗਿਆ ਲੈ ਕੇ? ਫਿਰ ਇਹ ਹੀ ਮੈਨੂੰ ਦੱਸਦਾ ਕਿ ਇੱਧਰ ਨੂੰ ਮੁੜੀ ਆ, ਮੈਂ ਕਦੀ ਨਾਲ ਇੱਧਰ ਨੂੰ ਆਇਆ ਨਹੀਂ ਹੈ, ਕਦੀ ਵੀ ਨਹੀਂ ਆਇਆ। ਅੱਛਾ। ਫਿਰ ਇਹ ਮੈਨੂੰ ਰਾਹ ਦੱਸੀ ਗਿਆ, ਇੱਧਰ ਨੂੰ ਮੋੜ ਜਿੱਧਰ ਕਹੀ ਗਿਆ ਮੈਂ ਉੱਧਰ ਲਈ ਗਿਆ ਮੋਟਰਸਾਈਕਲ, ਤੇ ਵਾਪਸੀ ਨੂੰ ਮੈਂ ਸਟੀਲ ਬਾਗ ਲਿਆ ਕੇ ਲਾ ਦਿੱਤਾ। ਫੇਰ ਕਿੱਥੇ ਗਿਆ ਤੂੰ? ਫਿਰ ਮੇਰੇ ਕੋਲ ਉਸ ਤੋਂ ਬਾਅਦ ਅਗਾ ਮੋਟਰਸਾਈਕਲ ਨਹੀਂ ਚੱਲੀ ਸੀ, ਮੈਂ ਉੱਥੇ ਮੋਟਰਸਾਈਕਲ ਖਿਲਾੜ ਕੇ ਮੈਂ ਭਰਾ ਨੂੰ ਫੋਨ ਕੀਤਾ, ਮੇਰਾ ਭਰਾ ਅੱਗੋਂ ਮੈਨੂੰ ਲੈ ਕੇ ਗਿਆ ਸੀ। ਭਰਾ ਨੂੰ ਕੀ ਕਿਹਾ? ਭਰਾ ਨੂੰ ਮੈਂ ਨਹੀਂ ਸਾਰੀ ਗੱਲ ਦੱਸੀ, ਕੁਝ ਵੀ ਨਹੀਂ ਦੱਸਿਆ। ਨਹੀਂ ਦੱਸਿਆ? ਹਾਂਜੀ। ਕੀ ਕਿਹਾ ਭਰਾ ਨੂੰ? ਤਬੀਅਤ ਖਰਾਬ ਹੈ ਮੇਰੀ? ਹਾਂਜੀ। ਫੇਰ? ਹਾਂਜੀ, ਇਹੋ ਹੀ ਦੱਸਿਆ ਸੀ। ਫੇਰ ਘਰ ਜਾ ਕੇ ਕੀ ਕੀਤਾ? ਘਰ ਜਾ ਕੇ ਮੈਨੂੰ ਨੀਂਦਰ ਹੀ ਨਹੀਂ ਆਈ, ਕੁਝ ਵੀ ਨਹੀਂ, ਮੈਨੂੰ ਡਰ ਲੱਗਾ ਰਿਹਾ? ਹਾਂਜੀ, ਮੈਨੂੰ ਡਰ ਹੀ ਬੜਾ ਲੱਗ ਰਿਹਾ ਸੀ। ਤੇ ਪੁਲਿਸ ਕੋ ਜਾਣਾ ਸੀ ਨਾ ਕਿ ਇਹਨੇ ਕਤਲ ਕਰਤਾ ਹੈ, ਮੈਨੂੰ ਗਨ ਪੁਆਇੰਟ ਤੇ ਰੱਖ ਕੇ ਉਹਨਾਂ ਦੀ ਮਦਦ ਕਰਨੀ ਸੀ ਉਸ ਟਾਈਮ। ਇਹਨੇ ਮੈਨੂੰ ਕਿਹਾ ਸੀ ਜੇ ਕਿਸੇ ਨੂੰ ਦੱਸੀ ਨਾ, ਨਹੀਂ ਮੈਂ
ਤੇਰਾ ਮੈਂ ਨਾਂ ਨਹੀਂ ਲੈਂਦਾ ਵਿੱਚ, ਜੇ ਤੂੰ ਕਿਸੇ ਨੂੰ ਦੱਸੇ ਨਾ ਫਿਰ ਤੈਨੂੰ ਮੈਂ ਫੈਰ ਮਾਰ ਦਿਆਂਗਾ। ਅੱਛਾ ਇਹਨੇ ਕਿਹਾ ਕਿਸੇ ਨੂੰ ਦੱਸੀ ਨਾ। ਠੀਕ ਹੈ, ਫਿਰ ਕਿੰਨੇ ਦਿਨ ਘਰ ਰਹੇ ਆਂ ਜੀ? ਮੈਂ ਅਗਲੇ ਦਿਨ ਉੱਠ ਕੇ ਕੀ ਕੀਤਾ ਜੀ? ਮੈਂ ਕੰਮ 'ਤੇ ਚਲਾ ਜਾਂਦਾ ਰਿਹਾ, ਮੇਰੇ ਕੋਲ ਜਾ ਕੇ ਕੰਮ ਨਹੀਂ ਸੀ ਹੁੰਦਾ। ਕੀ ਦਿਨ ਚ ਆਂਦਾ ਸੀ? ਕੋਈ ਮੇਰੇ ਦਿਨ ਜਿਹੜਾ ਹਰ ਟਾਈਮ ਇਹੀ ਹੁੰਦਾ ਸੀ, ਕਿਸੇ ਟਾਈਮ ਜਾਂ ਪੁਲਿਸ ਨਾ ਆ ਜਾ ਮੈਨੂੰ ਫੜਨ ਵਾਸਤੇ, ਜਾਂ ਇਹ ਨਾ ਮੇਰੇ ਪਿੱਛੇ ਆ ਜਾਵੇ। ਅੱਛਾ, ਡਰਦਾ ਰਹਿੰਦਾ ਸੀ? ਡਰਦਾ ਹੀ ਰਹਿਣਾ। ਕਿਸੇ ਨਾਲ ਗੱਲ ਨਹੀਂ ਕੀਤੀ? ਕਿਸੇ ਨਾਲ ਵੀ ਨਹੀਂ ਮੈਂ ਗੱਲ ਕੀਤੀ। ਫਿਰ ਕੁਛ ਨਹੀਂ, ਫਿਰ ਉਹਦੇ ਨਾਲ ਆਈ ਪੁਲਿਸ। ਫੜਿਆ ਕਹਿੰਦੇ ਗਿਆ? ਮੈਂ ਕੰਮ ਕਰਨਾ ਪਿਆ ਹਾਂ ਤੇ ਪੁਲਿਸ ਨਾਲ ਆਈ ਤੇ ਇਹ ਵੀ ਨਾਲ ਸੀ ਤੇ ਪੁਲਿਸ ਨੇ ਆਣ ਕੇ ਮੈਨੂੰ ਫੜ ਲਿਆ। ਫੜ ਲਿਆ? ਹਾਂਜੀ। ਤੇ ਪੁਲਿਸ ਨੂੰ ਦੱਸਿਆ ਨਹੀਂ ਇਹਨਾਂ ਨੇ? ਤੇ ਮੈਨੂੰ ਗਨ ਪੁਆਇੰਟ ਦੇ ਉੱਤੇ ਦੱਸਿਆ ਸਾਰਾ ਕੁਝ ਕਰਾਇਆ? ਜਾ ਕੇ ਪੁੱਛਿਆ ਇਹਨਾਂ ਮੈਨੂੰ, ਗੱਡੀ ਦੇ ਵਿੱਚ ਬੈਠਾ ਸੀ ਮੈਂ, ਉਸੇ ਵੇਲੇ ਸਾਰੀ ਗੱਲ ਸਹੀ ਸੁਣਾ ਦਿੱਤੀ। ਮੈਂ ਕਿਹਾ ਇੰਜਨ ਦੀ ਗੱਲ ਸੀ ਸਾਰੀ। ਲੇਕਿਨ ਤੈਨੂੰ ਪਤਾ ਹੈ ਨਾ ਤੂੰ ਕੀ ਕੀਤਾ ਹੈ? ਤੂੰ ਕਾਤਲ ਦੀ ਮੋਟਰਸਾਈਕਲ ਚਲਾਈ ਹੈ, ਤੂੰ ਵੀ ਮੁਲਜ਼ਮ ਹੈ। ਕਾਤਲ ਹੀ ਹੈ, ਕਾਤਲ ਦਾ ਸਾਥੀ ਕਾਤਲ ਹੀ ਹੁੰਦਾ ਹੈ। ਨਹੀਂ, ਮੈਨੂੰ ਨਹੀਂ ਇਹਨੇ ਕੋਈ ਗੱਲ ਨਹੀਂ ਦੱਸੀ। ਠੀਕ ਹੈ, ਮੈਨੂੰ ਮੇਰੀਆਂ 3 ਧੀਆਂ, ਮੈਨੂੰ ਉਸ ਦਿਨ ਦਾ ਬੜਾ ਮੇਰੀ ਨੀਂਦਰ ਨਹੀਂ ਆ ਰਹੀ ਹੁੰਦੀ ਰਾਤ ਨੂੰ। ਤੇ ਦੱਸਣਾ ਸੀ ਕਿਸੇ ਕੋ, ਚਲੇ ਜਾਣਾ ਸੀ ਪੁਲਿਸ ਕੋ, ਚਲਾ ਜਾਣਾ ਸੀ, ਜਾ ਕੇ ਦੱਸਣਾ ਸੀ ਕਿ ਇੰਜ ਹੋਇਆ। ਮੈਨੂੰ ਡਰ ਹੀ ਬੜਾ ਲੱਗਦਾ ਸੀ। ਤੇ ਫਿਰ ਬਚ ਜਾਣਾ ਸੀ ਤੂੰ, ਇਹਨੇ ਵੀ ਫੜੇ ਜਾਣਾ ਸੀ, ਉਹਨਾਂ ਦੀ ਹੈਲਪ ਵੀ ਹੋਈ ਜਾਣੀ ਸੀ। ਬਸ ਮੇਰੇ ਡਰ ਦੀ ਵਜ੍ਹਾ ਮੈਂ ਨਹੀਂ ਦੱਸਿਆ ਕਿਸੇ ਨੂੰ। ਕੀ ਮੈਸੇਜ ਦੇਂਗਾ ਤੂੰ ਜਿਹੜੀ ਅਜ਼ੀਅਤ ਗੁਜ਼ਾਰ ਰਹੇ ਆ ਸਾਰੇ ਵਕੂਏ ਚ, ਇਹਦੇ ਨਾਲ ਦੋਸਤੀ ਕਰਨ ਦਾ ਨਤੀਜਾ ਹੈ? ਕਤਲ ਵੀ ਤੇਰੇ ਸਾਹਮਣੇ ਹੋਇਆ ਹੈ। ਮੈਂ ਅੱਗੇ ਤੋਂ ਕੋਈ ਇਹੋ ਜਿਹਾ ਕਿਸੇ ਦੋਸਤ ਨੂੰ ਬੇਲੀ ਨਹੀਂ ਬਣਾਵਾਂ, ਨਾ ਕਿਸੇ ਬੇਲੀ ਨਾਲ ਲੱਗੇ ਤਾਂ ਟੁਰਾਣਾ। ਬਸ ਲੋਕਾਂ ਨੂੰ ਕੀ ਦੱਸੇਂਗਾ, ਕਹੇਂਗਾ ਇਹੋ ਜਿਹਾ ਕਿਸੇ ਬੇਲੀ ਨੂੰ ਕੋਈ ਵੀ ਦੋਸਤ ਨਾ ਕੋਈ ਬਣਾਵੇ। ਠੀਕ ਨਾ, ਇਹੋ ਜਿਹਾ ਕਿਸੇ ਬੇਲੀ ਨਾਲ ਕੋਈ ਟੁਰੇ ਨਾ, ਬਾਹਰ ਘਰੋਂ ਬਾਹਰ ਨਾ ਜਾਵੇ करे, बस आपके घर रवे करे बाहर। वो बताता है कि इसने उसे गन पॉइंट पर यरगमाल बनाया कि आगे लगाओ बाइक, ये बात सच है या पहले से मालूम था उसे कि इसने अपने भाई को कत्ल करना है और मैं इसके साथ जा रहा हूँ? नहीं, उसको ये मालूम नहीं था कि इसने भाई को कत्ल करना है। सही। ये उसे झूठ बोल कर लाया। वो कुछ गरीब घर का बच्चा है, उसका उसने हेल्प तो की है, वो आप जैसे भी समझें, लेकिन उसका ये इरादा नहीं था, ना उसको इस बात का पता था कि ये मुझे किस लिए लेकर जा रहा है। सही। क्योंकि इसने पिस्टल भी अपने बेल्ट के साथ अंदर कपड़ों में बांधा हुआ था। ठीक है, नहीं पता लग रहा था, नहीं पता लग रहा था कि इसने, इसके पास क्योंकि पिस्टल है। इसकी तलख कलामी उधर होटल पे भी हुई है, जहाँ इन्होंने खाना खाया है ना, वहाँ पे किसके साथ हुई? वहाँ होटल वाले के साथ हुई है। इसने जब खाना मांगा, उसने खाना दे दिया, उसने बिल बनाया 300 रुपया। सही। तो ये उसके साथ झगड़ने लगा। जब ये उसके साथ झगड़ रहा था तो वो गुजर रहा था अकराम, तो इसने उसको छोड़ा और इसको कहा कि भी मोटरसाइकिल भगाओ, वो पैसे जिससे लेने हैं वो आ गए। ठीक है। इसलिए कि अगर वहाँ ये गुस्से में था इस वक्त, अगर वो पिस्टल वहाँ ज़ाहिर करता तो इसका ये पूरा प्लान जो है ना वो ख़त्म हो जाना था। सही। अच्छा, एक कातिल बात करता है कि वहाँ पे भी जब इसका भाई गिरा बाइक से तो उसने इसे गालम गलोच की है। नहीं। तो साथ उसके एक साथी भी उसका मौजूद था, तो वो बता देता आपको कि कौन था यहाँ पे इनकी तलख कलामी हुई? उससे हमने इसके बाद भी पूछा है, इससे पकड़ने के बाद उसको लेकर आए हैं। सही। भाई आप बताओ, ये कहता है कि मैंने उधर को बातचीत की है, उसके साथ झगड़ा किया है। कहता है कुछ नहीं किया। जब वो मोटरसाइकिल गिरी है, साथ गिरी है, तो साथ नीचे फसल थी गंदम की, सही। वो उसमें गिर गया है। जब वो उठकर आ रहा था, अभी वो ऊपर सड़क पे आई है, तो इसने रख के पिस्टल गोली मारी और चला गया। सर पे गोली मारी। ਇਹ ਇਹਦੀਆਂ ਗੱਲਾਂ ਸੁਣ ਰਿਹਾ ਸੀ ਤੂੰ ਹਾਂਜੀ, ਸਾਰੀਆਂ? ਮੈਂ ਸੁਣ ਰਿਹਾ ਇਹ ਕਹਿੰਦਾ ਕਿ ਮੈਂ ਆਪਣੇ ਭਰਾ ਨੂੰ ਮਾਰਤਾ ਹੈ, ਭਰਾ ਉਹਦੇ ਵਾਸਤੇ ਕੰਮ ਵੀ ਕਰਦਾ ਰਿਹਾ, ਉਹਨੂੰ ਕਾਰੋਬਾਰ ਵੀ ਕਰਾ ਕੇ ਦਿੱਤਾ, ਘਰ ਵੀ ਕਹਿੰਦਾ ਸੀ ਲੈ ਦਾਂਗਾ। ਹਾਂਜੀ। ਇਹਨੇ ਠੀਕ ਕੀਤਾ ਹੈ, ਉਹਦੇ ਮੁਤਮਈਨ ਖਲੋਤਾ ਹੈ? ਹਾਂਜੀ, ਇਹਨੇ ਗਲਤ ਕੀਤਾ, ਜੋ ਵੀ ਕੀਤਾ ਇਹਨੇ ਗਲਤ ਕੀਤਾ ਹੈ। ਸਜ਼ਾ ਮਿਲਣੀ ਚਾਹੀਦੀ ਹੈ? ਹਾਂਜੀ, ਸਜ਼ਾ ਮਿਲਣੀ ਚਾਹੀਦੀ ਇਹਨੂੰ। ਸਹੀ ਹੈ। ਤੇ ਤੈਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ? ਸਰ ਮੈਂ ਕੁਝ ਨਹੀਂ ਕੀਤਾ। ਤੂੰ ਕਿੱਥੇ ਗਲਤੀ ਕੀਤੀ ਹੈ? ਮੈਨੂੰ ਇਹਨੇ ਦੱਸਿਆ, ਤੈਨੂੰ ਆਪਣੀ ਗਲਤੀ ਦਾ ਕੋਈ ਅਹਿਸਾਸ ਨਹੀਂ? ਮੈਨੂੰ ਇਹਨੇ ਕੋਈ ਗੱਲ ਨਹੀਂ ਦੱਸੀ ਸੀ। ਮੈਨੂੰ ਇਹਨੇ ਫੋਨ ਕਰਕੇ ਬੁਲਾਇਆ, ਮੇਰੇ ਨਾਲ ਚੱਲ, ਮੈਂ ਪਿੰਡੋਂ ਪੈਸੇ ਲੈਣੇ ਆ। ਬਸ ਇੰਨੀ ਗੱਲ ਇਹਨੇ ਮੈਨੂੰ ਲੇਕਿਨ ਕਹੀ। ਬਾਅਦ ਚ ਤੇ ਦੱਸ ਸਕਦਾ ਸੀ ਨਾ ਤੂੰ? ਬਾਅਦ ਚ ਮੈਂ ਦੱਸ ਸਕਦਾ, ਮੈਨੂੰ ਡਰ ਹੀ ਬੜਾ ਲੱਗਦਾ ਸੀ। नाजरीन, आपने दोनों मुल्जमान का मौक़िफ़ सुना कि किस तरह से अपने भाई को ही इमरान ने बेदर्दी के साथ मौत के घाट उतारा और उसके बाद वो रूपोश हो गया। ना सिर्फ रूपोश हुआ बल्कि उसने कब्र भी अपने भाई की खुद ही खोदी, उसके बाद नमाज जनाजा भी उसमें शिरकत की और उसके बाद अगले दिन कुल के लिए भी जो लवाजमात होते हैं, सामान होता है, वो भी लाकर पढ़ाई भी करता रहा, कुरान पाक भी पढ़ा। नाज़रीन, इस वक्त हमारे साथ मौजूद हैं हमारे लाहौर रंग के नुमाइंदा खुसूसी शाहरोज़ ज़ेब। इनकी ज़ुबानी जानते हैं कि इन्होंने इकराम के कत्ल की वारदात के बाद जब से उस केस को परसू करना शुरू किया, कैसे पुलिस मुलजिम तक पहुंची और किस तरह से इस केस का
जो है वो मुकम्मल इसकी तफ्तीश की गई। बहुत शुक्रिया शरोज साहब, वक्त दिया आपने। ये बताइएगा कि ये जो कत्ल की वारदात हुई इकराम के, ये पहले तो डकैती मज़ामत समेत मुख्तलिफ पहलुओं पर पुलिस इसे तफ्तीश करती रही, बिलाखिर फिर मुलजिम तक कैसे पहुंची? जी बिल्कुल, ये 18 मार्च का ये वक़ूआ है, तकरीबन कोई मगरिब के टाइम का ये वाक़या हुआ। उस वक्त मैं जब हमें पता चला कि यहाँ पे एक वारदात हुई है तो मैं पुलिस स्टेशन में था, मैंने जब निकल मैं करीब ही था तो मैं उस वक्त जब पहुँचा वहाँ पर देखा क्राइम सीन के ऊपर, तो वहाँ पे पुलिस भी के साथ हमरा मैं पहुँच के मेरे DPO कसूर को से मेरी बात हुई तारिक अजीज़ साहब से कि ये हुआ इस तरह, तो इस पर लागे कॉर्डन ऑफ करना चाहिए, जिस पर उन्होंने लागे कॉर्डन ऑफ किया और मुख्तलिफ टीम में 2-3 टीमें तश्कील दी ताकि मुलज़िमान को पकड़ लिया जा सके। लेकिन अनफॉर्चुनेटली वो इनकी पकड़ा तो नहीं जा सके, वो फ़रार हो गए। तो इसके 2 दिन के बाद ये सफाक दरिंदा इतना चालाक था कि इसने पहले भाई की कब्र खोदी और फिर उनके साथ जनाजे में शिरकत की और इस तरह से तसल्लियाँ देता रहा, बल्कि उनके साथ मिलकर रोता भी रहा, ठीक है। और वो सार तसल्लियाँ देता रहा। जब पुलिस ने जब इनको इंटेरोगेट करना शुरू किया, पहले तो उन्होंने इनके ससुराल वालों को देखा, जब उससे तसल्ली नई बात को निकली तो जब उनका शक इस पे गया, इसकी मशकूक हरकतें थी, क्योंकि नंबर 1 जब वो उसका भाई मर्डर और ये वाहिद एक बंदा था इनकी फैमिली के अंदर जो उस मौका वारदात पे नहीं पहुंचा था। सही है, बाकी सारे लोग आ जा रहे थे, तो इसमें बहाना ये बनाया कि मैं वहाँ पे कब्र का इंतज़ाम कर रहा था, क्योंकि ये कब्र खुदाई का भी इसको काम आता है, महारत रखता था और इलाके के जो भी होते थे ये इसको कब्र कुशाई का काम ये करता था। सही। जब पुलिस को पता चला, इसको इंटेरोगेट करना शुरू किया तो इसने उनसे पता चल गया कि पुलिस आ रही है, इसने घर से फरार होने की कोशिश की। ठीक। जब कोशिश की तो इसके घर वालों ने इसको पकड़ के पुलिस भी उसी वक्त पहुंच गई। पुलिस ने इसको गिरफ्तार किया और उससे पूछा कि भाई तूने ऐसा क्यों किया। इसने बड़े बहाने बनाता रहा, बड़ी स्टोरियाँ इसने बयान की और दी एंड इसने अपने तरफ जुर्म किया कि मैंने अपने भाई को अपने जायदाद की लालच में आकर उसका मर्डर किया है। और इसने यही नहीं करना था, इसने वो तो ये भी बातें बड़ी गर्दानता है कि उसकी वालदा को 17 साल पहले तशद्दुद किया और ये वो सारे मामलात, लेकिन साथ साथ उसे एक रंज था जो वो घर में एक कमरा चाहता था। असल में मामला यही था, पैसों का ही था। लेकिन यहाँ पे मैं एक बात बड़ी अप्रिशिएट करना चाहिए DPO कसूर को। उन्होंने बड़ी जब से वो तैनात हुए यहाँ पे, उन्होंने काफ़ी जो इस तरह के मुलज़मान हैं उन्हें कैफरे करदार तक पहुँचा भी रहे हैं और जो सफाक दरिंदे हैं उन्हें सख्त सज़ाएँ भी दे रहे हैं। और इसी तरह वो अपने पुलिस पहले वो आए थे तो यहाँ पे क्राइम की रेशो बड़ी हाई थी, अब उस पर क्राइम भी काफ़ी कंट्रोल होता हुआ दिखाई दे रहा है। नाज़रीन, हसद और लालच ऐसी खौफनाक बीमारी है जो अपनों को ही निगल लेती है। इस केस में भी ऐसा ही हुआ कि छोटे भाई ने बड़े भाई को महज एक कमरे के तनाज़ा पर दर्दनाक मौत दी। लिहाजा हसद से बचें ताकि नताइज इतने भयानक ना हो। अपने इर्द गिर्द होने वाले जुर्म को फौरी 15 पर रिपोर्ट कीजिए। अपने मेजबान सलमान कुरैशी को इजाजत दीजिए। अल्लाह निगहबान।